प्यारे बच्चों 10वीं क्लास ਦੀਆਂ ਵਰਕਸ਼ੀਟਸ ਜਿਨ੍ਹਾਂ ਦਾ ਸੋਲੂਸ਼ਨ ਮੈਂ ਤੁਹਾਡੇ ਵਾਸਤੇ ਆਲਰੇਡੀ ਅਪਲੋਡ ਕਰ ਰਿਹਾ ਵਾਂ। ਉਹਦੇ ਵਿੱਚ ਅੱਜ ਮੈਂ ਤੁਹਾਡੇ ਲਈ ਵਰਕਸ਼ੀਟ ਨੰਬਰ 8 ਜਿਹੜੀ ਕਿ ਤਿਕੋਣਮਿਤੀ ਬਾਰੇ ਜਾਣਕਾਰੀ ਯਾਨੀ ਇੰਟਰੋਡਕਸ਼ਨ ਟੂ ਟ੍ਰਿਗਨੋਮੈਟਰੀ ਬਾਰੇ ਆ। ਔਰ ਇਹ ਜਿਹੜੀਆਂ ਵਰਕਸ਼ੀਟਸ ਨੇ ਤੁਹਾਨੂੰ ਪਤਾ ਹੀ ਹੈ ਕਿ ਇਹ ਨੈਸ ਪੇਸਡ ਵੀ ਹੈਗੀਆਂ ਨੇ ਔਰ ਇਹਦੇ ਵਿੱਚ ਜਿਹੜੇ ਆਬਜੈਕਟਿਵ ਟਾਈਪ ਕੁਐਸਚਨ ਵੀ ਦਿੱਤੇ ਹੋਏ ਨੇ। ਮੈਂ ਉਹਨਾਂ ਦੀਆਂ ਵੀ 2 ਵੀਡੀਓਜ਼ ਅਪਲੋਡ ਕਰ ਚੁੱਕਾ। ਅੱਜ ਮੈਂ ਵਰਕਸ਼ੀਟ ਜਿਹੜੀ 8 ਵਾ ਯਾਨੀ ਕਿ ਤੁਹਾਡਾ ਚੈਪਟਰ ਨੰਬਰ 8 ਜਿਹੜਾ ਤਿਕੋਣਮਿਤੀ ਆ, ਅੱਜ मैं ਤੁਹਾਨੂੰ ਇਹਦੇ ਵਿੱਚ ਤਿਕੋਣਮਿਤੀ ਬਾਰੇ ਜਾਣਕਾਰੀ ਦੇਵਾਂਗਾ। ਦੇਖੋ ਸਭ ਤੋਂ ਪਹਿਲਾ ਕੁਐਸਚਨ ਕੀ ਹੈ ਜਿਹੜਾ ਵਰਕਸ਼ੀਟ ਵਿੱਚ ਪੁੱਛਿਆ ਗਿਆ ਵਾ ਕਿ ਚਿੱਤਰ ਵਿੱਚ ਹੇਠਾਂ ਲਿਖੇ ਤਿਕੋਣਮਿਤੀ ਅਨੁਪਾਤ ਪਤਾ ਕਰੋ। ਆ ਦੇਖੋ ਬੱਚਿਓ, ਫਾਈਂਡ ਦਾ ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਫॉर ਦਾ ਫੋਲੋਇੰਗ ਡਾਇਗਰਾਮ। ਆ ਡਾਇਗਰਾਮ ਦਿੱਤੀ ਹੋਈ ਆ ਤੁਹਾਡੇ ਸਾਹਮਣੇ। ਆ ਦੇਖੋ ਰਾਈਟ ਐਂਗਲ ਟਰਾਇੰਗਲ ਯਾਨੀ ਕਿ ਸਮਕੋਣੀ ਤ੍ਰਿਭੁਜ ਦਿੱਤੀ ਹੋਈ ਆ ਔਰ ਥੱਲੇ ਆ ਸਾਰੀਆਂ ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਦਿੱਤੀਆਂ ਨੇ ਔਰ ਇਹਨਾਂ ਬਾਰੇ ਅਸੀਂ ਜਾਣਕਾਰੀ ਹਾਸਲ ਕਰਨੀ ਆ। ਚਲੋ मैं ਤੁਹਾਨੂੰ ਦੱਸਦਾ ਇਹਨਾਂ ਦੇ ਬਾਰੇ। ਪਹਿਲਾਂ ਤਾਂ ਮੈਂ ਇਹ ਸਮਝਾਵਾਂਗਾ ਵੀ ਟ੍ਰਿਗਨੋਮੈਟਰੀ ਜਿਹੜੀ ਆ ਉਹ ਅਸੀਂ ਕਿਸ ਤਰ੍ਹਾਂ ਦੀ ਟਰਾਇੰਗਲ ਦੇ ਉੱਪਰ ਦੇਖਦੇ ਹਾਂ ਔਰ ਇਹ ਰੇਸ਼ੋਜ਼ ਜਿਹੜੀਆਂ ਨੇ ਉਹ ਅਸੀਂ ਕਿਸ ਤਰ੍ਹਾਂ ਫਾਈਂਡ ਕਰ ਸਕਦੇ ਹਾਂ। ਆ ਦੇਖੋ ਬੱਚਿਓ, ਜਿਹੜੀ ਤਿਕੋਣਮਿਤੀ ਆ ਯਾਨੀ ਕਿ ਟ੍ਰਿਗਨੋਮੈਟਰੀ, ਇਹ ਸਿਰਫ ਤੇ ਸਿਰਫ ਜਿਹੜੀ ਆ ਸਮਕੋਣੀ ਤ੍ਰਿਭੁਜ ਯਾਨੀ ਕਿ ਰਾਈਟ ਐਂਗਲਡ ਟਰਾਇੰਗਲ ਉੱਪਰ ਹੀ ਲਾਗੂ ਹੁੰਦੀ ਜੇ ਔਰ ਅਸੀਂ ਇਹਦੇ ਵਿੱਚ ਹੀ ਟ੍ਰਿਗਨੋਮੈਟ੍ਰਿਕ ਰੇਸ਼ੋਜ਼ ਯਾਨੀ ਕਿ ਜਿਹੜੇ ਤਿਕੋਣਮਿਤੀ ਅਨੁਪਾਤ ਨੇ ਉਹ ਅਸੀਂ ਪਤਾ ਕਰ ਸਕਦੇ ਹਾਂ। ਹੁਣ ਦੇਖੋ ਇਹਦੇ 'ਚ ਜਿਹੜੀ ਸਮਝਣ ਵਾਲੀ ਗੱਲ ਆ ਕਿ ਅਸੀਂ ਇਹ ਮੰਨ ਕੇ ਚੱਲੀਏ ਕਿ ਜਿਹੜਾ ਸਮਕੋਣ ਵਾ ਉਹ ਬੀ ਦੇ ਉੱਪਰ ਆ ਦੋਨਾਂ ਟਰਾਇੰਗਲਸ ਵਿੱਚ। ਮੈਂ 2 ਟਰਾਇੰਗਲਸ ਲਈਆਂ ਨੇ, ਮੈਂ ਤੁਹਾਨੂੰ ਦੱਸਦਾ ਵਾਂ ਇਹ 'ਚ ਵੱਖਰਾ ਕੀ ਹੋਏਗਾ। ਹੁਣ ਦੇਖੋ ਮੈਂ ਮੰਨ ਲਓ ਇੱਥੇ ਕੋਣ ਲੈ ਲਿਆ A, ਆ B ਆ ਅਤੇ ਇੱਧਰ C ਆਏਗਾ। ਹੁਣ ਜਦੋਂ ਕੋਣ A ਦੀ ਗੱਲ ਕਰਨਗੇ, ਮੰਨ ਲਓ ਕਿ ਤੁਹਾਨੂੰ ਟ੍ਰਿਗਨੋਮੈਟ੍ਰਿਕ ਰੇਸ਼ੋਸ ਵਿੱਚ ਪੁੱਛਿਆ ਗਿਆ ਵਾ ਕਿ ਤੁਸੀਂ ਸਾਈਨ A ਦੀ ਵੈਲਿਊ ਫਾਈਂਡ ਕਰਨੀ ਆ। ਉੱਥੇ ਕੀ ਲਿਖਿਆ ਹੋਇਆ ਵਾ? ਸਾਈਨ A, ਇਹਦੀ ਵੈਲਿਊ ਅਸੀਂ ਫਾਈਂਡ ਕਰਨੀ ਆ। ਹੁਣ ਦੇਖੋ ਜਿਹੜਾ ਐਂਗਲ A ਆ ਉਹ ਆਹ ਵਾਲਾ ਵਾ, ਇਹ ਧਿਆਨ ਨਾਲ ਸਮਝ ਲਿਓ। ਐਂਗਲ A ਦੇ ਸਾਹਮਣੇ ਵਾਲੀ ਭੁਜਾ ਜਿਹੜੀ ਆ ਇਹਨੂੰ ਅਸੀਂ ਕੀ ਕਵਾਂਗੇ? ਪਰਪੈਂਡੀਕੂਲਰ। ਕੀ ਕਵਾਂਗੇ? ਪਰਪੈਂਡੀਕੂਲਰ। ਅਤੇ ਪੰਜਾਬੀ 'ਚ ਕੀ ਕਵਾਂਗੇ? ਲੰਬ। ਇਹ ਬਿਲਕੁਲ ਧਿਆਨ ਰੱਖਣ ਵਾਲੀ ਗੱਲ ਜੇ। ਐਂਗਲ A ਜੇ ਲਿਆ ਵਾ, ਇਹਦੀ ਸਾਹਮਣੇ ਵਾਲੀ ਜਿਹੜੀ ਭੁਜਾ ਆ ਰਹੀ ਆ ਇਹ ਕਿਹੜੀ ਹੋਏਗੀ? ਪਰਪੈਂਡੀਕੂਲਰ ਯਾਨੀ ਕਿ ਲੰਬ ਹੋਏਗਾ। ਉਸ ਤੋਂ ਬਾਅਦ ਇਹਦੇ ਨਾਲ ਵਾਲੀ ਜਿਹੜੀ ਬਿਲਕੁਲ ਨਾਲ ਦੀ ਭੁਜਾ ਵਾ ਇਹਨੂੰ ਅਸੀਂ ਬੇਸ ਕਹਿੰਦੇ ਜੇ। ਬੇਸ ਅਤੇ ਪੰਜਾਬੀ 'ਚ ਕੀ ਲਿਖਾਂਗੇ? ਆਧਾਰ। ਔਰ ਜਿਹੜੀ ਤਿਰਛੀ ਉਚਾਈ ਜਿਹੜੀ ਹੁੰਦੀ ਆ ਤ੍ਰਿਭੁਜ ਦੇ ਵਿੱਚ ਇਹ ਹਮੇਸ਼ਾ ਤੇ ਹਮੇਸ਼ਾ ਹਾਈਪੋਟੀਨਿਊਜ਼ ਔਰ ਯਾਨੀ ਕਿ ਇਹਨੂੰ ਪੰਜਾਬੀ 'ਚ ਅਸੀਂ ਕੀ ਕਵਾਂਗੇ? ਕਰਣ। ਇਹ ਵਾਲੀ ਭੁਜਾ ਨੇ ਇਹੋ ਹੀ ਰਹਿਣਾ ਜੇ। ਸਿਰਫ ਲੰਬ ਅਤੇ ਆਧਾਰ ਬਦਲਦੇ ਜੇ। ਕਦੋਂ ਬਦਲਦੇ ਆ? ਜਦੋਂ ਅਸੀਂ ਕੋਣ ਬਦਲ ਦਿੰਦੇ ਹਾਂ। ਹੁਣ ਦੇਖੋ ਮੈਂ ਤੁਹਾਨੂੰ ਦੱਸ ਦਿੱਤਾ ਇਸ ਤਰ੍ਹਾਂ। ਹੁਣ ਮੈਂ ਤੁਹਾਨੂੰ ਇਸੇ ਤ੍ਰਿਭੁਜ ਵਿੱਚ ਇਹ ਦੱਸ ਦਿੰਦਾ ਕਿ ਮੰਨ ਲਓ ਅਸੀਂ ਕੋਣ C ਲੈਣਾ ਹੋਵੇ, ਸਾਨੂੰ ਇੱਥੇ ਸਾਈਨ A ਦੀ ਜਗ੍ਹਾ 'ਤੇ ਸਾਨੂੰ ਇਹ ਪੁੱਛਿਆ ਜਾਂਦਾ ਕਿ ਸਾਈਨ C ਦੀ ਵੈਲਿਊ ਕਿੰਨੀ ਆ? ਸਾਈਨ C। ਸਾਈਨ C ਕਿਹਦੇ ਬਰਾਬਰ ਆ? ਹੁਣ ਆਹ ਦੇਖੋ ਕੋਣ C ਹੋ ਗਿਆ। ਮੈਂ ਤੁਹਾਨੂੰ ਇਹ ਦੱਸਿਆ ਸੀ ਕਿ ਜਿਹੜੇ ਕੋਣ ਬਾਰੇ ਪੁੱਛਿਆ ਜਾਏਗਾ ਉਸ ਕੋਣ ਦੇ ਸਾਹਮਣੇ ਵਾਲੀ ਭੁਜਾ ਨੂੰ ਅਸੀਂ ਲੰਬ ਲੈਣਾ। ਉਹਦੀ ਜਿਹੜੀ ਆਪੋਜ਼ਿਟ ਸਾਈਡ ਜਿਹੜੀ ਹੋਏਗੀ, ਐਂਗਲ ਦੀ ਆਪੋਜ਼ਿਟ ਸਾਈਡ ਯਾਨੀ ਕਿ ਕੋਣ ਦੀ ਸਨਮੁਖ ਭੁਜਾ। ਹੁਣ ਇਹ ਜਦੋਂ ਕੋਣ C ਲਿਆ ਅਤੇ ਉਦੋਂ ਸਾਡੇ ਕੋਲ ਜਿਹੜਾ ਲੰਬ ਵਾ ਉਹ ਕਿਹੜਾ ਬਣ ਜਾਏਗਾ? ਆਹ ਵਾਲਾ AB। ਜਦੋਂ ਕੋਣ C ਲਿਆ ਅਤੇ ਉਦੋਂ ਲੰਬ ਜਿਹੜਾ ਵਾ ਉਹ ਚੇਂਜ ਹੋ ਜਾਣਾ ਜੇ। ਆਹ ਸਿਰਫ ਮੈਂ ਐਰੋ ਤੁਹਾਨੂੰ ਪਾ ਕੇ ਦੱਸ ਰਿਹਾ ਵੀ ਜੇ C ਕੋਣ ਹੋਏਗਾ ਅਤੇ ਆਹ ਜਿਹੜਾ ਆਧਾਰ ਸੀਗਾ ਇਹਨੇ ਕਿਹ 'ਚ ਬਦਲ ਜਾਣਾ? ਲੰਬ 'ਚ। ਅਤੇ ਜਿਹੜਾ ਇਹਦੇ ਨਾਲ ਵਾਲੀ ਭੁਜਾ ਸੀ ਇਹਨੇ ਬੇਸ ਬਣ ਜਾਣਾ ਅਤੇ ਕਰਣ ਉਹੀ ਰਹੇਗਾ। ਕਰਣ ਨੇ ਚੇਂਜ ਨਹੀਂ ਹੋਣਾ। ਮੈਂ 2 ਟਰਾਇੰਗਲਸ ਤਾਂ ਬਣਾਈਆਂ ਸੀ ਕਿ ਮੈਂ ਤੁਹਾਨੂੰ ਇੱਕੋ ਵਿੱਚ ਵੀ ਸਮਝਾ ਦਿੱਤਾ ਕਿ ਕਿਉਂਕਿ ਪੇਪਰ 'ਚ ਮੋਸਟਲੀ ਟਰਾਇੰਗਲ ਤੁਹਾਨੂੰ ਇੱਕ ਹੀ ਮਿਲੇਗੀ, ਉਹਦੇ ਤੋਂ ਤੁਸੀਂ ਸਾਰੇ ਐਂਗਲ ਫਾਈਂਡ ਕਰਨੇ ਆ। ਪਰ ਮੈਂ ਇੱਥੇ ਤੁਹਾਨੂੰ ਦੱਸ ਰਿਹਾ ਕਿ ਜੇ ਮੰਨ ਲਓ ਮੈਂ ਇੱਥੇ ਐਂਗਲ C ਲੈ ਲੈਣਾ, ਇੱਧਰ ਐਂਗਲ A ਆ ਜਾਂਦਾ ਵਾ, ਸਮਕੋਣ B ਦੇ ਉੱਪਰ ਹੀ ਆ। ਹੁਣ ਦੇਖੋ ਜਦੋਂ C ਐਂਗਲ ਮੈਂ ਇਸ ਟਰਾਇੰਗਲ 'ਚ ਲਿਆ ਉਹਦਾ ਲੰਬ ਕਿਹੜਾ ਬਣਿਆ? ਆਹ ਸਾਹਮਣੇ ਵਾਲੀ ਭੁਜਾ ਯਾਨੀ ਕਿ AB। ਹੁਣ ਦੇਖੋ ਜੇ ਟਰਾਇੰਗਲ ਦੀ ਸ਼ੇਪ ਚੇਂਜ ਹੋ ਗਈ ਆ, ਐਂਗਲ C ਲੈ ਰਹੇ ਆ ਅਤੇ ਇਹਦੇ ਸਾਹਮਣੇ ਵਾਲਾ ਲੰਬ ਬਣੇਗਾ C ਐਂਗਲ ਦੇ ਸਾਹਮਣੇ ਵਾਲਾ ਲੰਬ ਪਰਪੈਂਡੀਕੂਲਰ ਯਾਨੀ ਕਿ ਲੰਬ, ਅਤੇ ਉਹ ਲੰਬ ਕਿਹੜੀ ਭੁਜਾ ਫਿਰ? AB। ਹੁਣ ਤੁਸੀਂ ਆਹ ਦੋਨਾਂ ਟਰਾਇੰਗਲਸ ਨੂੰ ਦੇਖ ਕੇ ਤੁਸੀਂ ਇਹ ਗੱਲ ਸਮਝ ਗਏ ਹੋਵੋਗੇ ਕਿ ਜੇ ਸਮਕੋਣ B ਦੇ ਉੱਪਰ ਹੀ ਆ
ਕੋਣ ਅਸੀਂ ਕਿਸੇ ਸਾਈਡ ਤੋਂ ਵੀ ਦੇਖ ਲਈਏ ਉਹ ਜਿਹੜਾ ਲੰਬ ਉਹੀ ਰਹੇਗਾ, ਅਤੇ ਜਿਹੜਾ ਆਧਾਰ ਬਣਦਾ ਵਾ ਉਹ ਵੀ ਉਹੀ ਰਹੇਗਾ ਜਿਹੜਾ ਅਸੀਂ ਇੱਕੋ ਟਰਾਈਐਂਗਲ ਵਿੱਚ ਦੋ ਐਂਗਲਾਂ ਨੂੰ ਦੇਖ ਕੇ, ਯਾਨੀ ਕਿ ਦੋ ਕੋਣਾਂ ਨੂੰ ਦੇਖ ਕੇ ਅਤੇ ਫਿਰ ਅਸੀਂ ਫਾਈਂਡ ਕਰਦੇ ਹਾਂ। ਤੁਸੀਂ ਸਮਝ ਹੀ ਗਏ ਹੋਗੇ। ਆ ਦੇਖੋ, ਜੇ ਮੈਂ ਕੋਣ ਏ ਲਿਆ ਅਤੇ ਇਹਦੇ ਵਿੱਚ ਲੰਬ ਕਿਹੜਾ ਆ ਗਿਆ, BC। ਹੁਣ ਜੇ ਮੈਂ ਇੱਧਰੋਂ ਕੋਣ ਏ ਲੈਣਾ ਵਾ ਇਸ ਟਰਾਈਐਂਗਲ 'ਚੋਂ, ਅਤੇ ਇਹਦੇ ਸਾਹਮਣੇ ਵਾਲੀ ਭੁਜਾ ਲੰਬ ਹੋਏਗੀ ਅਤੇ ਉਹ ਵੀ ਲੰਬ ਕਿਹੜਾ ਬਣਿਆ, BC। ਮੈਂ ਜਿਹੜੀ ਗੱਲ ਤੁਹਾਨੂੰ ਇਹਦੇ 'ਚ ਦੱਸੀ ਜੇ, ਇਹ ਵੀਡੀਓ ਨੂੰ ਤੁਹਾਨੂੰ ਰਿਪੀਟ ਕਰਕੇ ਦੇਖਣਾ ਪਏ ਤਾਂ ਜ਼ਰੂਰ ਦੇਖਿਓ, ਆਪਣੇ ਕੋਲ ਨੋਟ ਕਰ ਲਿਓ। ਜਿਸ ਕੋਣ ਦੀ ਗੱਲ ਕਰਾਂਗੇ ਉਹਦੀ ਆਪੋਜਿਟ ਸਾਈਡ, ਉਹਦੀ ਸਨਮੁਖ ਭੁਜਾ ਹਮੇਸ਼ਾ ਲੰਬ ਹੁੰਦੀ ਜੇ, ਉਹਦੇ ਨਾਲ ਵਾਲੀ ਭੁਜਾ ਹਮੇਸ਼ਾ ਆਧਾਰ ਹੋਏਗਾ, ਅਤੇ ਸਲਾਂਟ ਹਾਈਟ ਜਿਹੜੀ ਹੈ, ਤਿਰਛੀ ਉਚਾਈ ਹਮੇਸ਼ਾ ਕਰਨ ਹੀ ਰਹੇਗਾ। ਇਹਨੇ ਨਹੀਂ ਜੇ ਬਦਲਣਾ, ਇਹ ਹਾਈਪੋਟੀਨਿਊਸ ਹੀ ਰਹੇਗਾ ਇਹ ਵਾਲਾ। ਇਹ ਤੁਸੀਂ ਧਿਆਨ ਰੱਖਿਓ। ਹੁਣ ਇਹਦੇ ਨਾਲ ਅਸੀਂ ਦੇਖੋ, ਜਿਹੜਾ ਤੁਹਾਡਾ ਮੈਂ ਤੁਹਾਨੂੰ ਵਰਕਸ਼ੀਟ ਦਿਖਾਉਂਦਾ ਵਾਂ, ਆਹ ਦੇਖੋ ਵਰਕਸ਼ੀਟ ਦੇ ਵਿੱਚ ਜਿਹੜਾ ਤੁਹਾਡਾ ਕੁਐਸਚਨ ਆ ਉਹ ਆਹ ਟਰਾਈਐਂਗਲ ਦਿੱਤੀ ਆ, B ਦੇ ਉੱਪਰ ਸਮਕੋਣ ਜੇ। ਆ ਧਿਆਨ ਨਾਲ ਦੇਖਿਓ, ਮੈਂ ਤੁਹਾਨੂੰ ਇੱਥੇ ਕਰਕੇ ਦੱਸਦਾ ਇਹਨੂੰ ਸੋਲਵ। ਆਹ ਦੇਖੋ B ਦੇ ਉੱਪਰ ਸਮਕੋਣ, ਸਭ ਤੋਂ ਪਹਿਲੀ ਰੇਸ਼ੋ ਸਾਈਨ C। ਆਹ ਦੇਖੋ ਪਹਿਲੀ ਰੇਸ਼ੋ ਸਾਈਨ C ਦਿੱਤੀ ਹੋਈ ਆ। ਸਾਈਨ C ਜਿਹੜੀ ਦਿੱਤੀ ਹੋਈ ਆ ਰੇਸ਼ੋ, ਆਹ ਦੇਖੋ ਉਹ ਸਾਨੂੰ ਪਹਿਲਾਂ ਲਿਖ ਕੇ ਦੇਤੀ ਆ AB/AC। ਹੁਣ ਆਹ ਦੇਖੋ C ਕੋਣ ਕਿਹੜਾ, ਆਹ ਵਾਲਾ। C ਦੇ ਸਾਹਮਣੇ ਵਾਲੀ ਭੁਜਾ ਲੰਬ, ਆਹ ਪਰਪੈਂਡੀਕੂਲਰ ਹੋ ਗਈ, ਆਹ ਬੇਸ ਹੋ ਗਈ, ਅਤੇ ਆਹ ਹਾਈਪੋਟੀਨਿਊਸ ਹੋ ਗਈ। ਹੁਣ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਜਿਹਦਾ ਫਾਰਮੂਲਾ ਦੱਸ ਦਿੰਦਾ ਵਾਂ, ਲਿਖ ਕੇ ਕਾਪੀ ਦੇ ਉੱਪਰ ਲਿਖ
ਆ ਦੇਖੋ ਬੱਚਿਓ, ਤੀਸਰਾ ਕੁਐਸਚਨ ਕੀ ਹੈ, ਜੇਕਰ ਸੀਕੰਡ ਥੀਟਾ ਇਜ਼ ਇਕੁਅਲ ਟੂ 5/13 ਹੈ ਤਾਂ ਬਾਕੀ ਤਿਕੋਣਮਿਤੀ ਅਨੁਪਾਤ ਪਤਾ ਕਰੋ। ਇਫ ਸੀਕੰਡ ਥੀਟਾ ਇਜ਼ ਇਕੁਅਲ ਟੂ 5/13 ਦੈਨ ਫਾਈਂਡ ਅਦਰ ਟੀ ਰੇਸ਼ੋਜ਼। ਚਲੋ ਇਹਦਾ ਸੋਲੂਸ਼ਨ ਮੈਂ ਤੁਹਾਨੂੰ ਕਾਪੀ ਦੇ ਉੱਪਰ ਡਾਇਗਰਾਮ ਬਣਾ ਕੇ ਤੇ ਫਿਰ ਸਮਝਾਉਣਾ। ਆ ਦੇਖੋ ਬੱਚਿਓ, ਮੈਂ ਇੱਥੇ ਇੱਕ ਸਮਕੋਣੀ ਤ੍ਰਿਭੁਜ ਬਣਾ ਲਈ ਆ ABC, ਔਰ ਆਹ ਜਿਹੜੀ ਵੈਲਿਊ ਦਿੱਤੀ ਉਹ ਮੈਂ ਲਿਖ ਲਈ ਆ ਸੀਕੰਡ ਥੀਟਾ 5/13। ਹੁਣ ਸਭ ਤੋਂ ਪਹਿਲਾਂ ਤਾਂ ਇਹ ਦੇਖੀਏ ਕਿ ਜਿਹੜਾ ਸੀਕੰਡ ਥੀਟਾ ਵਾ ਉਹ ਕਿਹਦੇ ਇਕੁਅਲ ਹੁੰਦਾ ਵਾ। ਮੈਂ ਤੁਹਾਨੂੰ ਦਿਖਾਉਣਾ ਕਾਪੀ ਦੇ ਉੱਪਰ ਜਿੱਥੇ ਮੈਂ ਪਹਿਲਾਂ ਲਿਖਿਆ ਸੀ। ਆਹ ਦੇਖੋ ਬੱਚਿਓ, ਸੀਕੰਡ ਕਰਨ ਬਟਾ ਆਧਾਰ। ਆ ਦੇਖੋ ਸੀਕੰਡ ਦੀ ਵੈਲਿਊ ਕੀ ਆ, ਹਾਈਪੋਟੀਨਿਊਜ਼ ਓਵਰ ਬੇਸ, ਯਾਨੀ ਕਿ ਕਰਨ ਬਟਾ ਆਧਾਰ। ਹੁਣ ਆਹ ਦੇਖੋ, ਮੈਂ ਇਹ ਮੰਨ ਲਾਂ ਕਿ ਆਹ ਜਿਹੜਾ ਐਂਗਲ C ਆ ਇਹਨੂੰ ਮੈਂ ਥੀਟਾ ਮੰਨ ਲੈਣਾ ਕਿ ਇਸ ਐਂਗਲ ਦੀ ਅਸੀਂ ਗੱਲ ਕਰ ਰਹੇ ਹਾਂ, ਇਹਨੂੰ ਮੈਂ ਐਂਗਲ ਥੀਟਾ ਕਹਿ ਤਾ। ਹੁਣ ਥੀਟਾ ਐਂਗਲ ਦੇ ਸਾਹਮਣੇ ਵਾਲਾ ਲੰਬ P, ਆ ਬੇਸ ਆਧਾਰ, ਤੇ ਆ ਹਾਈਪੋਟੀਨਿਊਜ਼ ਯਾਨੀ ਕਿ ਕਰਨ। ਹੁਣ ਤੁਹਾਨੂੰ ਮੈਂ ਦਿਖਾਇਆ ਸੀਗਾ ਕਿ ਜਿਹੜਾ ਸੀਕੰਡ ਥੀਟਾ ਵਾ ਦੇਖੋ ਇਹ ਕਿਹਦੇ ਬਰਾਬਰ ਵਾ, ਕਰਨ ਬਟਾ ਆਧਾਰ ਦੇ। ਕਰਨ ਬਟਾ ਆਧਾਰ ਮੈਂ ਇੱਥੇ ਲਿਖ ਲੈਣਾ ਵਾ, ਕਰਨ ਬਟਾ ਆਧਾਰ, ਕਰਨ ਬਟਾ ਆਧਾਰ, ਤੇ ਕਰਨ ਹਾਈਪੋਟੀਨਿਊਜ਼ ਤੇ ਆਧਾਰ ਬੇਸ। ਹੁਣ ਤੁਸੀਂ ਇਹ 'ਚ ਧਿਆਨ ਨਾਲ ਦੇਖਿਓ ਵੀ ਜਿਹੜੀ ਕਰਨ ਦੀ ਵੈਲਿਊ ਕਿੰਨੀ ਆ ਰਹੀ ਆ 5। ਤੇ ਬੱਚਿਓ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਮੈਂ ਤੁਹਾਨੂੰ ਅੱਗੇ ਦੱਸਿਆ ਸੀਗਾ ਕਿ ਜਿਹੜੀ ਤ੍ਰਿਭੁਜ ਦੇ ਵਿੱਚ, ਸਮਕੋਣੀ ਤ੍ਰਿਭੁਜ ਦੇ ਵਿੱਚ ਸਭ ਤੋਂ ਲੰਬੀ ਭੁਜਾ ਹੁੰਦੀ ਆ ਉਹ ਕਿਹੜੀ ਹੁੰਦੀ ਆ, ਕਰਨ। ਹੁਣ ਇੱਥੇ ਕਰਨ ਦੇ ਰਹੇ ਆ 5 ਤੇ ਆਧਾਰ ਦੇ ਰਹੇ ਆ 13। ਇਹ ਵਾਲਾ ਕੁਐਸਚਨ ਜਿਹੜਾ ਵਾ ਬਿਲਕੁਲ ਹੀ ਗਲਤ ਬਣਦਾ ਜੇ। ਜਾਂ ਤਾਂ ਇੱਥੇ ਸੀਕੰਡ ਦੀ ਜਗ੍ਹਾ 'ਤੇ ਵੈਲਿਊ ਸਾਈਨ ਹੋ ਸਕਦੀ ਆ, ਅਤੇ ਜਾਂ ਫਿਰ ਜਿਹੜੀ ਸੀਕੰਡ ਦੀ ਵੈਲਿਊ 13/5 ਹੋ ਸਕਦੀ ਆ। 5/13 ਦੇ ਨਾਲ ਇਹ ਸਵਾਲ ਨਹੀਂ ਹੱਲ ਹੋ ਸਕਦਾ। ਜੇ ਅਸੀਂ ਇਸ ਵੈਲਿਊ ਦੇ ਨਾਲ ਇਸ ਕੁਐਸਚਨ ਨੂੰ ਸੋਲਵ ਕਰਾਂਗੇ ਤਾਂ ਤੁਸੀਂ ਦੇਖੋ, ਜਦੋਂ ਅਸੀਂ ਪਾਈਥਾਗੋਰਸ ਥਿਊਰਮ ਲਗਾ ਕੇ ਤੀਸਰੀ ਵੈਲਿਊ ਫਾਈਂਡ ਕਰਨੀ ਆ, ਆ ਦੇਖੋ ਆ ਕਰਨ ਆ ਅਤੇ ਆ ਆਧਾਰ ਵਾ। ਮੈਂ ਇੱਥੇ ਵੈਲਿਊਜ਼ ਲਿਖ ਦਿੱਤੀ 5 ਅਤੇ ਇੱਥੇ ਲਿਖ ਦਿੱਤੀ 13। ਹੁਣ ਕਰਨ ਜਿਹੜੇ ਆ ਉਹ 5 ਆਉਂਦੀ ਪਈ ਆ। ਜਦੋਂ ਮੈਂ ਪਾਈਥਾਗੋਰਸ ਥਿਊਰਮ ਲਾਵਾਂਗਾ ਤਾਂ ਤੁਹਾਨੂੰ ਪਤਾ ਕਿ ਕਰਨ ਦਾ ਵਰਗ ਬਰਾਬਰ ਹੈ ਆਧਾਰ ਵਰਗ ਜਮ੍ਹਾਂ ਲੰਬ ਵਰਗ। ਅਤੇ ਜਦੋਂ ਕਰਨ ਦੇ ਵਰਗ ਵਿੱਚੋਂ ਮੈਂ ਆਧਾਰ ਦਾ ਵਰਗ ਜਦੋਂ ਮਾਈਨਸ ਕਰਨਾ ਵਾ, ਯਾਨੀ ਕਿ ਕਰਨ ਦਾ ਵਰਗ 5 5 25, ਆਧਾਰ ਦਾ ਵਰਗ 13 13 169, 25 ਮਾਈਨਸ 169 ਨੈਗੇਟਿਵ ਵੈਲਿਊ ਆ ਜਾਣੀ ਆ। ਇਸ ਕਰਕੇ ਬੱਚਿਓ ਇਹ ਵਾਲਾ ਕੁਐਸਚਨ ਗਲਤ ਜੇ। ਮੈਂ ਤੁਹਾਨੂੰ ਸੀਕੰਡ ਥੀਟੇ ਦੀ ਜਗ੍ਹਾ 'ਤੇ ਸਾਈਨ ਥੀਟਾ ਲੈ ਕੇ ਵੈਲਿਊ ਇਹੀ ਰੱਖਾਂਗਾ 5/13। ਹੁਣ ਸਾਈਨ ਦਾ ਫਾਰਮੂਲਾ ਚੇਂਜ ਹੋ ਜਾਏਗਾ। ਮੈਂ ਤੁਹਾਨੂੰ ਉਸ ਫਾਰਮੂਲੇ ਦੇ ਹਿਸਾਬ ਨਾਲ ਇਹ ਵਾਲਾ ਕੁਐਸਚਨ ਜਿਹੜਾ ਵਾ ਸੋਲਵ ਕਰਵਾਵਾਂਗਾ। ਆ ਦੇਖੋ, ਸਾਈਨ ਦੀ ਵੈਲਿਊ ਲੰਬ ਬਟਾ ਕਰਨ, ਲੰਬ ਬਟਾ ਕਰਨ। ਹੁਣ ਦੇਖੋ, ਜਦੋਂ ਮੈਂ ਇੱਥੇ ਲਿਖਾਂਗਾ ਲੰਬ ਬਟਾ ਕਰਨ, ਲੰਬ ਬਟਾ ਕਰਨ, ਯਾਨੀ ਕਿ P/H ਪਰਪੈਂਡੀਕੂਲਰ ਓਵਰ ਹਾਈਪੋਟੀਨਿਊਜ਼ ਤੇ ਪਰਪੈਂਡੀਕੂਲਰ 5 ਆਹ ਵਾਲਾ ਆ ਜਾਏਗਾ। ਇਹਨੂੰ ਅਸੀਂ ਨਾਲ K ਮੰਨ ਲੈਂਦੇ ਹਾਂ 5K, ਅਤੇ ਜਿਹੜਾ ਕਰਨ ਵਾ ਉਹ ਆ ਜਾਏਗੀ, ਸਭ ਤੋਂ ਲੰਬੀ ਭੁਜਾ ਬਣ ਜਾਏਗੀ 13K। ਆ ਦੇਖੋ, ਹੁਣ ਇਹ ਬਿਲਕੁਲ ਸਹੀ ਵੈਲਿਊ ਬਣ ਰਹੀ ਆ, ਕਿਉਂਕਿ ਕਰਨ ਦਾ ਵਰਗ ਹਮੇਸ਼ਾ ਜਿਹੜਾ ਵਾ ਉਹ ਵੱਡਾ ਹੋਣਾ ਚਾਹੀਦਾ, ਵੱਡੀ ਵੈਲਿਊ ਹੁੰਦੀ ਜੇ ਲੰਬ ਅਤੇ ਆਧਾਰ ਨਾਲੋਂ। ਅਤੇ ਜੇ ਅਸੀਂ ਇਹਨੂੰ 5 ਲੈ ਕੇ ਚੱਲਦੇ ਸੀ ਤਾਂ ਫਿਰ ਇਹ ਕੁਐਸਚਨ ਗਲਤ ਹੋ ਜਾਂਦਾ ਸੀਗਾ, ਕਿਉਂਕਿ ਇੱਥੇ ਸੀਕੰਡ ਥੀਟਾ ਨਹੀਂ। ਹਾਂ, ਅਗਰ ਇਹ ਕੁਐਸਚਨ ਸੀਕੰਡ ਥੀਟਾ ਇਜ਼ ਇਕੁਅਲ ਟੂ 13/5 ਹੁੰਦਾ ਤਾਂ ਫਿਰ ਇਹ ਕੁਐਸਚਨ ਸੋਲਵ ਹੋ ਸਕਦਾ ਸੀ। ਮੈਂ ਇਹਦੀ ਜਗ੍ਹਾ 'ਤੇ ਸਾਈਨ ਥੀਟਾ ਲੈ ਲਿਆ। ਸਾਈਨ ਥੀਟੇ ਨਾਲ ਇਹਨੂੰ ਸੋਲਵ ਕਰਕੇ ਮੈਂ ਬਾਕੀ ਜਿਹੜੀਆਂ ਟ੍ਰਿਗਨੋਮੈਟਿਕ ਰੇਸ਼ੋਸ ਨੇ, ਯਾਨੀ ਕਿ ਤਿਕੋਣਮਿਤੀ ਅਨੁਪਾਤ, ਤੁਹਾਨੂੰ ਮੈਂ ਦੱਸਾਂਗਾ ਕਿਸ ਤਰ੍ਹਾਂ ਫਾਈਂਡ ਕਰਨੇ ਆ। ਸਭ ਤੋਂ ਪਹਿਲਾਂ ਆ ਦੇਖੋ, ਮੈਂ ਆ ਵੈਲਿਊ ਲੈ ਲਈ, ਸਾਈਨ ਥੀਟਾ ਲੈ ਲਿਆ। ਹੁਣ ਇਹਦੇ ਵਿੱਚ ਜਿਹੜਾ AC ਆ ਉਹ ਕਿੰਨਾ ਆ ਗਿਆ ਜੇ, ਆ ਦੇਖੋ ਇੱਥੇ AC, ਅਤੇ ਇੱਕ ਵੈਲਿਊ ਕਿਹੜੀ ਆ ਗਈ ਸਾਡੇ ਕੋਲ ਇਹਦੇ 'ਚ, ਲੰਬ ਦੀ AB ਦੀ। ਸਭ ਤੋਂ ਪਹਿਲਾਂ ਇੱਥੇ ਕੀ ਲਿਖਾਂਗੇ ਅਸੀਂ, ਸਭ ਤੋਂ ਪਹਿਲਾਂ ਲਿਖਾਂਗੇ AC ਬਰਾਬਰ 13K ਅਤੇ ਦੂਸਰੀ ਵੈਲਿਊ ਸਾਡੇ ਕੋਲ ਕਿਹੜੀ ਆ, AB ਦੀ। AB ਬਰਾਬਰ 5K ਹੈ, ਜਿੱਥੇ ਸਾਡੇ ਕੋਲ ਕੀ ਆ, K1
ਇਹ ਹਮੇਸ਼ਾ ਇੱਕ ਪੋਜ਼ਿਟਿਵ ਸੰਖਿਆ ਹੁੰਦੀ ਜੇ। ਇਹਨੂੰ ਅਸੀਂ ਪੰਜਾਬੀ 'ਚ ਕੀ ਲਿਖਾਂਗੇ? ਧਨਾਤਮਕ। ਕਿ ਇੱਕ ਧਨਾਤਮਕ ਸੰਖਿਆ ਹੈ। ਅਸੀਂ ਆਹ ਲਿਖ ਲਿਆ। ਹੁਣ ਦੇਖੋ ਸਾਡੇ ਕੋਲ ਆਹ ਵੈਲਿਊ ਆ ਗਈ। ਹੁਣ ਮੈਂ ਕੀ ਲਿਆਵਾਂਗਾ? ਪਾਈਥਾਗੋਰਸ ਥਿਊਰਮ ਦੇ ਅਨੁਸਾਰ। ਇੱਥੇ ਕੀ ਲਿਖਾਂਗੇ? ਪਾਈਥਾਗੋਰਸ ਪ੍ਰਮੇय ਜਾਂ ਪਾਈਥਾਗੋਰਸ ਥਿਊਰਮ ਦੇ ਅਨੁਸਾਰ। ਹੁਣ ਪਾਈਥਾਗੋਰਸ ਵਿੱਚ ਕੀ ਹੁੰਦਾ? ਕਰਨ ਦਾ ਵਰਗ ਬਰਾਬਰ ਹੈ ਲੰਬ ਦਾ ਵਰਗ ਜਮਾ ਆਧਾਰ ਦਾ ਵਰਗ। ਹੁਣ ਦੇਖੋ ਕਰਨ ਹਾਈਪੋਟੀਨਿਊਸ ਏ ਸੀ, ਆ ਦੇਖੋ ਤੁਹਾਡੀ ਡਾਇਗਰਾਮ 'ਚ ਸਾਹਮਣੇ ਏ ਸੀ। ਇੱਥੇ ਮੈਂ ਕੀ ਲਿਖਾਂਗਾ? ਏ ਸੀ ਦਾ ਵਰਗ ਬਰਾਬਰ ਲੰਬ ਜਿਹੜਾ ਵਾ ਉਹ ਹੈਗਾ ਜੇ ਏ ਬੀ ਅਤੇ ਆਧਾਰ ਹੈਗਾ ਜੇ ਬੀ ਸੀ। ਹੁਣ ਇਹਨਾਂ ਦੀਆਂ ਵੈਲਿਊਜ਼ ਪੁੱਟ ਕਰ ਦਈਏ। ਏ ਸੀ ਦੀ ਵੈਲਿਊ ਆ ਦੇਖੋ ਉੱਪਰ ਕਿੰਨੀ? 13K, 13K ਦਾ ਵਰਗ। ਏ ਬੀ ਦੀ ਵੈਲਿਊ ਉੱਪਰ ਦੇਖੋ ਕਿੰਨੀ ਆ? 5K, 5K ਦਾ ਸਕੇਅਰ ਪਲੱਸ ਬੀ ਸੀ ਦਾ ਸਕੇਅਰ। ਹੁਣ 13 ਦਾ ਸਕੇਅਰ ਕਿੰਨਾ ਹੁੰਦਾ ਜੇ? 169 ਨਾਲ ਕੀ ਆ ਗਿਆ? K ਸਕੇਅਰ। ਇੱਧਰ ਆ ਗਿਆ 25K ਸਕੇਅਰ ਜਮਾ ਬੀ ਸੀ ਦਾ ਸਕੇਅਰ। ਹੁਣ ਆਹ ਦੇਖੋ ਬੱਚਿਓ, ਜਿਹੜਾ 25K ਸਕੇਅਰ ਪਲੱਸ ਦਾ ਇੱਧਰ ਆ ਕੇ ਮਾਈਨਸ ਦਾ ਹੋ ਜਾਏਗਾ ਅਤੇ 169 ਵਿੱਚੋਂ ਇਹ ਮਾਈਨਸ ਹੋ ਜਾਏਗਾ। 169K ਸਕੇਅਰ ਮਾਈਨਸ 25K ਸਕੇਅਰ ਬਰਾਬਰ ਬੀ ਸੀ ਦਾ ਸਕੇਅਰ। 169 ਵਿੱਚੋਂ 25 ਗਏ ਅਤੇ ਕਿੰਨੇ ਬਚੇ? 144। 144K ਸਕੇਅਰ ਇਜ਼ ਇਕੁਅਲ ਟੂ ਬੀ ਸੀ ਦਾ ਸਕੇਅਰ। ਹੁਣ ਇੱਧਰੋਂ ਅਸੀਂ ਸਕੇਅਰ ਹਟਾਵਾਂਗੇ, ਟੇਕਿੰਗ ਸਕੇਅਰ ਰੂਟ ਔਨ ਬੋਥ ਸਾਈਡਸ, ਯਾਨੀ ਕਿ ਇਹਨਾਂ ਦੇ ਅੰਡਰ ਰੂਟ ਲਵਾਂਗੇ ਦੋਨੋਂ ਪਾਸੇ ਅਤੇ ਦੋਨਾਂ ਦੇ ਸਕੇਅਰ ਕੱਟੇ ਜਾਣਗੇ। ਅਤੇ ਜਿਸ ਤਰ੍ਹਾਂ ਇੱਧਰੋਂ ਇਕੱਲਾ ਕੱਟ ਲਓ, ਚਲੋ ਇਹਦੇ 'ਤੇ ਮੈਂ ਸਕੇਅਰ ਰੂਟ ਪਾ ਦੇਣਾ 144 ਨਾਲ K ਸਕੇਅਰ। ਇੱਧਰ ਕੀ ਰਹਿ ਗਿਆ? ਇਕੱਲਾ ਬੀ ਸੀ। ਇੱਥੋਂ ਬੀ ਸੀ ਦੀ ਵੈਲਿਊ ਕਿੰਨੀ ਆ ਗਈ? ਬੀ ਸੀ ਬਰਾਬਰ 144 ਦਾ ਵਰਗਮੂਲ ਕਿੰਨਾ ਦਾ? 12, 12 12 144 ਅਤੇ K ਸਕੇਅਰ ਇਕੱਲਾ ਰਹਿ ਗਿਆ K, ਯਾਨੀ ਕਿ ਬੀ ਸੀ ਦੀ ਵੈਲਿਊ ਸਾਡੇ ਕੋਲ ਕਿੰਨੀ ਆ ਗਈ? 12K। ਉਹ ਮੈਂ ਇੱਥੇ ਲਿਖ ਲਾਂਗਾ, ਬੀ ਸੀ ਦੀ ਵੈਲਿਊ 12K। ਹੁਣ ਮੈਂ ਫਾਈਂਡ ਕਰਨੀਆਂ ਨੇ ਸਾਰੀਆਂ ਹੀ ਟ੍ਰਿਗਨੋਮੈਟਿਕ ਰੇਸ਼ੋਜ਼, ਯਾਨੀ ਕਿ ਤਿਕੋਣਮਿਤੀ ਅਨੁਪਾਤ ਪਤਾ ਕਰਨੇ ਨੇ। ਉਹਨਾਂ ਨੇ ਸਾਰੇ ਦੇ ਸਾਰੇ ਕਿਹਾ ਪਤਾ ਕਰਨ ਲਈ। ਅਤੇ ਜਦੋਂ ਮੇਰੇ ਕੋਲ ਇਹ ਵੈਲਿਊ ਆ ਗਈ ਆ, ਜਿਹੜਾ ਸਾਡਾ ਸਮ ਸੀਗਾ ਉਹ ਕਿਹਦੇ ਤੋਂ ਸ਼ੁਰੂ ਕੀਤਾ ਸੀ? ਮੈਂ ਸਾਈਨ ਥੀਟੇ ਤੋਂ। ਸਾਈਨ ਤੋਂ ਅਗਲੀ ਜਿਹੜੀ ਟ੍ਰਿਗਨੋਮੈਟਿਕ ਰੇਸ਼ੋਜ਼ ਮੈਂ ਕਿਹੜੀ ਲਵਾਂਗਾ? ਮੈਂ ਲਵਾਂਗਾ ਕੋਸ ਦੀ। ਮੈਂ ਤੁਹਾਨੂੰ ਇੱਥੇ ਦਿਖਾ ਦਿੰਦਾ ਵਾਂ। ਆਹ ਦੇਖੋ ਸਾਡੇ ਕੋਲ ਕਿਹੜੀ ਹੈ? ਸਾਈਨ ਦੀ। ਸਾਈਨ ਦੀ ਵੈਲਿਊ ਲੰਬ ਬਟਾ ਕਰਨ ਲੈ ਚੁੱਕੇ ਹਾਂ। ਹੁਣ ਕੋਸ ਦੀ ਕੱਢਾਂਗੇ, ਫਿਰ ਟੈਨ ਦੀ, ਫਿਰ ਕੋਸੀਕੈਂਟ ਦੀ, ਫਿਰ ਸੀਕੈਂਟ ਦੀ ਅਤੇ ਫਿਰ ਕੋਟ ਦੀ, ਯਾਨੀ ਕੋਟੇਂਜੈਂਟ ਦੀ। ਇਹ ਵਾਲੀਆਂ ਵੈਲਿਊਜ਼ ਅਸੀਂ ਫਾਈਂਡ ਕਰ ਲੈਣੀਆਂ ਨੇ। ਇਹੀ ਟ੍ਰਿਗਨੋਮੈਟਿਕ ਰੇਸ਼ੋਸ ਹੁੰਦੀਆਂ ਨੇ 6 ਦੀਆਂ 6। ਚਲੋ ਸਭ ਤੋਂ ਪਹਿਲਾਂ ਅਸੀਂ ਕੱਢਾਂਗੇ। ਹੁਣ ਸਾਈਨ ਦੀ ਸਾਡੇ ਕੋਲ ਪਹਿਲਾਂ ਹੈਗੀ ਆ। ਹੁਣ ਅਸੀਂ ਕੋਸ ਥੀਟਾ ਕੱਢਾਂਗੇ। ਅਤੇ ਜਿਹੜਾ ਕੋਸ ਥੀਟਾ ਵਾ ਉਹ ਕਿਹਦੇ ਬਰਾਬਰ ਹੁੰਦਾ ਜੇ? ਆਧਾਰ ਬਟਾ ਕਰਨ, ਬੇਸ ਓਵਰ ਹਾਈਪੋਟੀਨਿਊਸ। ਹੁਣ ਬੇਸ ਕਿੰਨਾ ਆਇਆ? ਆਹ ਦੇਖੋ ਬੇਸ ਆਹ ਵਾਲਾ ਜੇ, ਬੇਸ ਬੀ ਸੀ 12K ਅਤੇ ਕਰਨ 13K। 12K ਬਟਾ 13K, K ਨਾਲ K ਕੱਟਿਆ ਗਿਆ, ਕਿੰਨਾ ਆਨਸਰ ਆ ਗਿਆ? 12/13। ਇਹ ਕੋਸ ਦੀ ਵੈਲਿਊ ਆ ਗਈ। ਅਤੇ ਕੋਸ ਤੋਂ ਬਾਅਦ ਅਗਲੀ ਵੈਲਿਊ ਜਿਹੜੀ ਆ ਉਹ ਕਿਹਦੀ ਹੋਏਗੀ? ਅਗਲੀ ਵੈਲਿਊ ਆ ਜਾਏਗੀ ਸਾਡੇ ਕੋਲ ਟੈਨ ਥੀਟਾ ਦੀ। ਟੈਨ ਥੀਟਾ ਲੰਬ ਬਟਾ ਆਧਾਰ, ਯਾਨੀ ਪਰਪੈਂਡੀਕੂਲਰ ਬਟਾ ਬੇਸ। ਹੁਣ ਪਰਪੈਂਡੀਕੂਲਰ ਤੁਸੀਂ ਨਾਲ ਨਾਲ ਡਾਇਗਰਾਮ ਦੇਖੀ ਜਾਇਓ, ਉਹਦੇ ਉੱਪਰ ਵੈਲਿਊਜ਼ ਲਿਖੀਆਂ ਹੋਈਆਂ ਨੇ। ਉਹ ਹੈਗੀ ਜੇ 5K ਅਤੇ ਆਧਾਰ ਜਿਹੜਾ ਹੁਣੇ ਅਸੀਂ ਫਾਈਂਡ ਕੀਤਾ ਸੀ 12K। ਇਹ 'ਚ ਵੀ K ਨਾਲ K ਕੱਟ ਅਤੇ ਆਨਸਰ ਕਿੰਨਾ ਆ ਗਿਆ? 5/12। ਹੁਣ ਦੇਖੋ ਇਹਨਾਂ ਦੀਆਂ ਉਲਟ ਅਸੀਂ ਫਾਈਂਡ ਕਰਨੀਆਂ ਨੇ। ਅਤੇ ਮੈਂ ਤੁਹਾਨੂੰ ਦੱਸਿਆ ਸੀ ਸਾਈਨ ਦੀ ਵੈਲਿਊ ਅਸੀਂ ਸ਼ੁਰੂ 'ਚ ਸਵਾਲ 'ਚ ਲਈ ਸੀਗੀ 5/13, ਅਤੇ ਸਾਈਨ ਦਾ ਉਲਟ ਕੀ ਹੁੰਦਾ ਵਾ? ਕੋਸੀਕੈਂਟ। ਹੁਣ ਅਸੀਂ ਇਹਨੂੰ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਕਿ ਕੋਸੀਕੈਂਟ ਥੀਟਾ ਇਜ਼ ਇਕੁਅਲ ਟੂ 1/ਸਾਈਨ ਥੀਟਾ। ਅਤੇ ਸਾਈਨ ਦੀ ਵੈਲਿਊ 5/13 ਸੀ, ਇੱਥੇ ਲਿਖਾਂਗੇ 1/5/13। ਹੁਣ ਆਹ ਜਿਹੜਾ 13 ਵਾ ਇਹ ਉੱਪਰ ਚਲਿਆ ਜਾਏਗਾ ਅਤੇ ਇਹ ਕਿੰਨੀ ਵੈਲਿਊ ਆ ਗਈ? 13/5। ਮੈਂ ਤੁਹਾਨੂੰ ਦੱਸਿਆ ਸੀ ਕਿ ਸਾਈਨ ਦਾ ਉਲਟ ਕੋਸੀਕੈਂਟ। ਹੁਣ ਇਸੇ ਤਰ੍ਹਾਂ ਹੀ
ਕੌਸ ਦਾ ਉਲਟ ਜਿਹੜਾ ਆ ਕੌਸ ਦੀ ਵੈਲਿਊ ਕੱਢੀ ਆ, ਇਹ ਅਸੀਂ ਲੈ ਲਾਂਗੇ ਸੀਕੰਡ ਥੀਟਾ, ਅਤੇ ਸੀਕੰਡ ਥੀਟਾ ਕਿਹਦੇ ਬਰਾਬਰ ਹੁੰਦਾ ਜੇ 1 ਕੌਸ ਥੀਟਾ, ਯਾਨੀ ਕਿ ਕੌਸ ਦੀ ਉਲਟ ਵੈਲਿਊ ਜਿਹੜੀ ਇੱਥੇ ਲੈਣੀ ਆ ਅਸੀਂ, ਅਤੇ ਉਹ ਕਿੰਨੀ ਆ ਜਾਏਗੀ, ਆ ਦੇਖੋ 1/12/13, 1/12/13, ਅਤੇ ਉਹ ਕਿੰਨਾ ਬਣ ਗਿਆ 13/12। ਆ ਦੇਖੋ ਇੱਥੇ ਕੌਸ ਦੀ ਵੈਲਿਊ 12/13 ਸੀ, ਕੌਸ ਦਾ ਉਲਟ ਸੀਕੰਟ ਉਹਦੀ ਵੈਲਿਊ 13/12 ਹੋ ਗਈ। ਇਸੇ ਤਰ੍ਹਾਂ ਹੀ ਅਸੀਂ ਜਿਹੜੀ ਆ ਲਾਸਟ ਵੈਲਿਊ ਜਿਹੜੀ ਆ ਸੀਕੰਟ ਤੋਂ ਕੋਸੀਕੰਟ ਸੀਕੰਟ, ਅਤੇ ਆਹ ਸਾਡੀਆਂ 4 ਰੇਸ਼ੋਜ਼ ਆਹ ਵਾਲੀਆਂ ਆ ਗਈਆਂ, ਪੰਜਵੀਂ ਅਸੀਂ ਸਾਈਨ ਵਾਲੀ ਲੈ ਕੇ ਚੱਲੇ ਸੀ, ਲਾਸਟ ਵਾਲੀ ਰਹਿ ਗਈ ਕੋਟੇਂਜੈਂਟ ਦੀ ਕੋਟ ਥੀਟਾ, ਇਹ ਟੈਨ ਦਾ ਉਲਟ 1/tan ਥੀਟਾ। ਬੱਚਿਓ ਵੈਸੇ ਮੈਂ ਤੁਹਾਨੂੰ ਦੱਸਦਾ ਕਿ ਇਹਨਾਂ ਨੂੰ ਤੁਸੀਂ ਦੂਸਰੇ ਤਰੀਕੇ ਨਾਲ ਵੀ ਕਰ ਸਕਦੇ ਸੀਗੇ, ਜਿਸ ਤਰ੍ਹਾਂ ਦੇਖੋ ਮੈਂ ਤੁਹਾਨੂੰ ਦੱਸਿਆ ਸੀਗਾ ਆਹ ਟ੍ਰਿਗਨੋਮੈਟਿਕ ਰੇਸ਼ੋਜ਼ ਕਰਵਾਈਆਂ ਸੀ ਨਾ, ਤੁਸੀਂ ਕੋਸੀਕੰਟ ਨੂੰ ਕਰਨ ਬਟਾ ਲੰਬ ਲਿਖ ਕੇ ਵੀ ਵੈਲਿਊ ਕੱਢ ਸਕਦੇ ਹੋ, ਜ਼ਰੂਰੀ ਨਹੀਂ ਹੈ ਤੁਸੀਂ ਇਹਦਾ ਰੈਸੀਪ੍ਰੋਕਲ ਲੈਣਾ। ਮੈਂ ਤਾਂ ਕਰਵਾ ਦਿੱਤਾ ਵਾ ਕਿਉਂਕਿ ਇਹ ਇੱਕ ਡਿਫਰੈਂਟ ਚੀਜ਼ ਸੀਗੀ, ਅਤੇ ਮੈਂ ਤੁਹਾਨੂੰ ਤਾਂ ਕਰਵਾਈ ਹੈ ਕਿ ਤੁਹਾਨੂੰ ਸਮਝ ਲੱਗ ਜੇ। ਵੈਸੇ ਮੈਂ ਇਸ ਤਰ੍ਹਾਂ ਵੀ ਲਿਖ ਸਕਦਾ ਸੀ, ਕੋਸੀਕੰਟ ਦੀ ਵੈਲਿਊ ਕਰਨ ਬਟਾ ਲੰਬ, ਉਹ 'ਚੋਂ ਕੇ ਨਾਲ ਕੇ ਕੱਟ ਲੈਣਾ ਸੀ, ਅਤੇ ਬਾਕੀ ਵੈਲਿਊ ਆਂਸਰ ਉਹੀ ਆਂਸਰ ਆਏਗਾ, ਤੁਸੀਂ ਕਰਕੇ ਦੇਖ ਲਿਓ। ਇਸੇ ਤਰ੍ਹਾਂ ਸੀਕੰਟ ਦੀ ਵੈਲਿਊ ਕਰਨ ਬਟਾ ਆਧਾਰ, ਇਹ ਵੀ ਉਸੇ ਤਰ੍ਹਾਂ ਨਿਕਲ ਜਾਣੀ ਸੀ, ਆਂਸਰ ਉਹੀ ਆਉਣਾ ਸੀ ਕੌਸ ਦਾ ਉਲਟ ਹੀ, ਤੁਸੀਂ ਉੱਥੋਂ ਕੇ ਕੱਟ ਲੈਣਾ ਸੀ, ਕਰਨ ਅਤੇ ਆਧਾਰ ਦੀ ਵੈਲਿਊ ਪੁੱਟ ਕਰਕੇ ਤੁਸੀਂ ਬੇਸ਼ੱਕ ਕਰਕੇ ਦੇਖਿਓ। ਹੁਣ ਮੈਂ ਤੁਹਾਨੂੰ ਉਹ ਸਾਰਾ ਕੁਝ ਉਸ ਤਰ੍ਹਾਂ ਵੀ ਕਰਵਾ ਸਕਦਾ ਸੀ, ਪਰ ਮੈਂ ਤੁਹਾਨੂੰ ਇਸ ਤਰ੍ਹਾਂ ਤਾਂ ਕਰਵਾ ਦਿੱਤੀ ਹੈ ਰੈਸੀਪ੍ਰੋਕਲ ਲੈ ਕੇ, ਕਿ ਤੁਹਾਨੂੰ ਇਸ ਚੀਜ਼ ਦੀ ਵੀ ਨਾਲ ਸਮਝ ਲੱਗ ਜੇ ਕਿ ਇਹ ਅਸੀਂ ਕਿਸ ਤਰ੍ਹਾਂ ਵੈਲਿਊ ਕੱਢਦੇ ਹਾਂ, ਉਲਟ ਕਿਸ ਤਰ੍ਹਾਂ ਲੈਂਦੇ ਹਾਂ। ਹੁਣ ਇੱਥੇ ਟੈਨ ਦੀ ਵੈਲਿਊ ਕਿੰਨੀ ਆਈ ਸੀ 5/12, ਮੈਂ ਇੱਥੇ ਲਿਖਾਂਗਾ 1/5/12। ਹੁਣ ਇੱਥੇ ਦੇਖੋ 12 ਉਲਟ ਕੇ ਉੱਪਰ ਜਾਏਗਾ, ਇੱਧਰ 12 ਉੱਪਰ ਆ ਗਿਆ ਅਤੇ 5 ਥੱਲੇ। ਆ ਦੇਖੋ ਟੈਨ ਦੀ ਵੈਲਿਊ ਸੀਗੀ 5/12, ਅਤੇ ਕੋਟ ਦੀ ਵੈਲਿਊ ਆ ਗਈ 12/5। ਅਤੇ ਬੱਚਿਓ ਇਹ ਸੀਗੀਆਂ ਸਾਰੀਆਂ ਰੇਸ਼ੋਜ਼, ਅਤੇ ਤੁਹਾਡਾ ਸਵਾਲ ਨੰਬਰ 3। ਇਸ ਤੋਂ ਬਾਅਦ ਦੇਖਦੇ ਹਾਂ ਕੁਐਸਚਨ ਨੰਬਰ 4। ਆ ਦੇਖੋ ਬੱਚਿਓ ਜਿਹੜਾ ਚੌਥਾ ਕੁਐਸਚਨ ਆ ਉਹਦੇ 'ਚ ਕੀ ਆ ਕਿ ਜੇਕਰ ਤ੍ਰਿਭੁਜ ABC ਵਿੱਚ tan A ਬਰਾਬਰ 3/4 ਅਤੇ ਕੋਣ C 90 ਡਿਗਰੀ ਹੋਵੇ ਤਾਂ ਮੁੱਲ ਪਤਾ ਕਰੋ। ਮੁੱਲ ਕਿਹਦਾ ਪਤਾ ਕਰਨਾ, ਆਹ ਦੇਖੋ ਸਾਨੂੰ ਥੱਲੇ ਕੁਐਸਚਨ ਦਿੱਤਾ ਪਹਿਲਾ, ਕਹਿੰਦੇ ਇਫ ਇਨ ਟਰਾਇੰਗਲ ABC tan A is equal to 3/4 and angle C is equal to 90 degree then find ਨੰਬਰ 1 sin A cos B plus cos A sin B। ਹੁਣ ਦੇਖੋ ਇਹਦੇ 'ਚ 2 ਪਾਰਟ ਦਿੱਤੇ ਹੋਏ ਨੇ, ਦੂਸਰਾ ਪਾਰਟ ਵੀ ਦਿੱਤਾ ਇੱਧਰ ਤੁਹਾਡੀ ਸ਼ੀਟ ਦੇ ਉੱਪਰ ਹੀ, ਇਹ ਦੋਨੋਂ ਪਾਰਟ ਅਸੀਂ ਸੋਲਵ ਕਰਨੇ ਆ। ਆਹ ਦੇਖੋ ਸੈਕਿੰਡ ਪਾਰਟ ਕੀ ਦਿੱਤਾ, ਸੀਕੈਂਟ A plus 2 tan square A, ਯਾਨੀ ਕਿ ਸਾਨੂੰ ਹੁਣ ਸੀਕੈਂਟ A tan A, ਅਤੇ ਪਹਿਲੇ ਕੁਐਸਚਨ ਵਾਸਤੇ ਸਾਨੂੰ ਕਿਹੜੀ ਵੈਲਿਊ ਚਾਹੀਦੀ ਆ, sin A cos B ਅਤੇ cos A sin B। ਅਸੀਂ ਇਹ ਸਾਰੀਆਂ ਵੈਲਿਊਜ਼ ਕੱਢਾਂਗੇ। ਮੈਂ ਤੁਹਾਨੂੰ ਇਹ ਵਾਲਾ ਕੁਐਸਚਨ ਪਹਿਲਾਂ ਡਾਇਗਰਾਮ ਬਣਾ ਕੇ ਫਿਰ ਦੱਸਾਂਗਾ ਵੀ ਉਹਦੇ 'ਚ ਐਂਗਲ C ਜੇ 90 ਡਿਗਰੀ ਲਈਏ ਅਤੇ ਅਸੀਂ A ਅਤੇ B ਦੀਆਂ ਜਿਹੜੀਆਂ ਵੈਲਿਊਜ਼ ਨੇ ਉਹ ਅਸੀਂ ਕਿਸ ਤਰ੍ਹਾਂ ਫਾਈਂਡ ਕਰ ਸਕਦੇ ਹਾਂ। ਆਹ ਦੇਖੋ ਬੱਚਿਓ ਚੌਥੇ ਕੁਐਸਚਨ 'ਚ ਸਾਨੂੰ ਇੱਕ ਟਰਾਇੰਗਲ ਦੱਸੀ ਹੈ ABC, tan A ਦਿੱਤਾ 3/4 ਅਤੇ ਐਂਗਲ C ਜਿਹੜਾ ਵਾ ਉਹ 90 ਡਿਗਰੀ। ਹੁਣ ਦੇਖੋ ਆਹ ਜਿਹੜਾ ਹੀ ਮੈਂ ਸਮਕੋਣੀ ਤ੍ਰਿਭੁਜ ਬਣਾਈ ਆ, ਮੈਂ ਆਹ ਕੋਣ ਇੱਥੇ ਬਣਾਇਆ ਸਮਕੋਣ 90 ਡਿਗਰੀ ਦਾ, ਇੱਥੇ ਮੈਂ ਲਵਾਂਗਾ C। ਹੁਣ ਤੁਸੀਂ A ਅਤੇ B ਕਿਸੇ ਪਾਸੇ ਵੀ ਲਿਖ ਸਕਦੇ ਹੋ, ਤੁਹਾਡੀ ਆਪਣੀ ਚੋਇਸ ਆ। ਜੇ ਤੁਸੀਂ A ਇੱਥੇ ਲਿਖਦੇ ਹੋ ਅਤੇ B ਤੁਸੀਂ ਉੱਪਰ ਲਿਖ ਲਓ। ਜੇ ਤੁਸੀਂ B ਉੱਪਰ ਲਿਖੋਗੇ ਅਤੇ ਤੁਹਾਨੂੰ ਪਤਾ ਕਿ B ਦੇ ਸਾਹਮਣੇ ਵਾਲਾ ਕੋਣ, ਆਹ ਵਾਲਾ B ਦੇ ਸਾਹਮਣੇ ਵਾਲੀ ਜਿਹੜੀ ਭੁਜਾ ਵਾ B ਕੋਣ ਦੇ ਉਹ ਲੰਬ ਹੋਏਗੀ, ਅਤੇ ਜੇ ਕੋਣ ਆ A ਆ ਅਤੇ ਇਹਦੇ ਸਾਹਮਣੇ ਵਾਲਾ ਲੰਬ, ਜੇ ਮੈਂ A ਉੱਪਰ ਲੈ ਗਿਆ ਅਤੇ ਇਹਦੇ ਸਾਹਮਣੇ ਵਾਲੀ ਭੁਜਾ ਜਿਹੜੀ ਆ ਉਹ ਲੰਬ ਹੋਏਗੀ। ਹੁਣ ਸਾਡੇ ਕੋਲ ਜਿਹੜਾ ਦਿੱਤਾ tan A, ਹੁਣ ਜਿਹੜਾ tan ਵਾ ਆਹ ਐਂਗਲ A ਦੇ ਉੱਪਰ ਦਿੱਤਾ ਹੋਇਆ ਵਾ ਉਹਨਾਂ ਨੇ, ਔਰ ਤੁਹਾਨੂੰ ਮੈਂ ਦੱਸਿਆ ਸੀ, ਆਹ ਦੇਖੋ ਮੈਂ ਫਿਰ ਦਿਖਾ ਦੇਣਾ ਤੁਹਾਨੂੰ ਇਸ ਕੁਐਸਚਨ ਦੇ ਵਿੱਚ। ਆਹ ਦੇਖੋ ਬੱਚਿਓ ਜਿਹੜਾ tan ਵਾ ਉਹ ਹੁੰਦਾ ਜੇ ਲੰਬ ਬਟਾ ਆਧਾਰ, ਯਾਨੀ ਪਰਪੈਂਡੀਕੂਲਰ ਓਵਰ ਬੇਸ। ਹੁਣ ਲੰਬ ਮੈਂ ਤੁਹਾਨੂੰ ਦੱਸਿਆ ਜਿਹੜਾ ਕੋਣ ਹੋਏ, ਆਹ ਦੇਖੋ ਇੱਥੇ ਕੋਣ A ਆ, ਇਸ A ਕੋਣ ਦਾ ਜਿਸ ਤਰ੍ਹਾਂ ਮੈਂ ਇੱਥੇ ਕੋਣ ਲਿਆ, ਇਹਦੇ ਸਾਹਮਣੇ ਵਾਲੀ ਭੁਜਾ ਲੰਬ, ਯਾਨੀ ਕਿ ਆਹ ਪਰਪੈਂਡੀਕੂਲਰ ਅਤੇ ਆਹ ਬੇਸ ਹੋਏਗਾ ਆਧਾਰ। ਬਸ ਇਹ ਤੁਸੀਂ ਧਿਆਨ ਰੱਖਣਾ ਵਾ। ਇਹਦੇ ਨਾਲ ਮੈਂ ਇੱਥੇ ਲਿਖ ਦਿੰਦਾ ਤੁਹਾਡੀ ਜਾਣਕਾਰੀ ਵਾਸਤੇ ਕਿ ਇਹ tan ਦੀ ਵੈਲਿਊ ਜਿਹੜੀ ਆ ਉਹ ਲੰਬ ਬਟਾ ਆਧਾਰ ਦੇ ਬਰਾਬਰ ਹੁੰਦੀ ਆ। ਲੰਬ 3, ਆਹ ਦੇਖੋ ਇਹਦੇ ਨਾਲ ਮੈਂ K ਪਾ ਲਾਂਗਾ, ਆਹ 3K, ਆਧਾਰ ਜਿਹੜਾ ਵਾ ਆਹ ਬੇਸ ਵਾ ਇਹ 4K। ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਪਿਛਲਾ ਸਵਾਲ ਕੀਤਾ ਸੀਗਾ, ਪਾਈਥਾਗੋਰਸ ਥਿਊਰਮ ਲਗਾ ਕੇ
ਅਸੀਂ ਹਾਈਪੋਟੀਨਿਊਸ ਫਾਈਂਡ ਕਰਾਂਗੇ ਤੇ ਫਿਰ ਅਸੀਂ ਜਿਹੜੀਆਂ ਸਾਨੂੰ ਰੇਸ਼ੋਸ ਚਾਹੀਦੀਆਂ ਨੇ ਉਹ ਕੱਢ ਕੇ ਤੇ ਅਸੀਂ ਆਪਣਾ ਸਵਾਲ ਸੋਲਵ ਕਰ ਲਾਂਗੇ। ਸਭ ਤੋਂ ਪਹਿਲਾਂ ਕੀ ਲਿਖਾਂਗੇ, ਇਫ ਯਾਨੀ ਕਿ ਜੇਕਰ। ਕਹਿੰਦੇ ਵੀ ਜੇਕਰ ਬੀ ਸੀ ਇਹ ਕਿੰਨਾ ਵਾ 3K, ਤਾਂ ਆ ਜਿਹੜਾ AC ਆ ਉਹ ਕਿਹਦੇ ਬਰਾਬਰ ਆ, AC ਬਰਾਬਰ 4K ਹੈ, ਜਿੱਥੇ ਜਿਸ ਤਰ੍ਹਾਂ ਪਿਛਲੇ ਸਵਾਲ 'ਚ ਲਿਖਿਆ ਸੀਗਾ K ਇੱਕ ਕਿਹੜੀ ਸੰਖਿਆ ਵਾ, ਧਨਾਤਮਕ ਸੰਖਿਆ। K ਇੱਕ ਧਨਾਤਮਕ ਸੰਖਿਆ ਹੈ। ਆ ਲਿਖ ਲਿਆ ਪਹਿਲਾਂ। ਹੁਣ ਉਸੇ ਤਰੀਕੇ ਨਾਲ ਹੀ ਪਾਇਥਾਗੋਰਸ ਪ੍ਰਮੇୟ ਦੇ ਅਨੁਸਾਰ ਕਰਨ ਦਾ ਵਰਗ ਬਰਾਬਰ ਲੰਬ ਦਾ ਵਰਗ ਜਮਾ ਆਧਾਰ ਦਾ ਵਰਗ। ਹੁਣ ਸਾਡੇ ਕੋਲ ਕਰਨ ਦੀ ਵੈਲਿਊ ਨਹੀਂ ਹੈਗੀ ਆ, ਦੇਖੋ ਹੁਣ ਸਾਡੇ ਕੋਲ ਲੰਬ ਅਤੇ ਆਧਾਰ ਹੈਗਾ ਵਾ, ਕਿਉਂਕਿ ਟੈਨ ਦੇ ਵਿੱਚ ਲੰਬ ਦੇ ਆਧਾਰ ਹੀ ਹੁੰਦੇ ਨੇ। ਇਹ ਸਾਡੇ ਕੋਲ ਹੈਗੇ ਆ ਤੇ ਅਸੀਂ ਹੁਣ ਇਹੋ ਹੀ ਵੈਲਿਊ ਲੈ ਕੇ ਤੇ ਕਰਨ ਦੀ ਵੈਲਿਊ ਫਾਈਂਡ ਕਰਾਂਗੇ। ਕਰਨ ਦੀ ਵੈਲਿਊ ਪਹਿਲਾਂ ਲਿਖ ਲਾਂ ਵੀ ਕਰਨ ਹੈ ਸਾਈਡ ਕਿਹੜੀ ਆ, AB। ਕਰਨ ਦੀ ਸਾਈਡ ਜਿਹੜੀ ਆ ਉਹਦਾ ਕੀ ਆ ਨਾਮ ਵਾ, AB। ਜਿਹੜਾ ਲੰਬ ਵਾ ਉਹ ਹੈਗਾ ਜੇ BC ਤੇ ਆਧਾਰ ਹੈਗਾ ਜੇ AC। ਇਹ ਬੱਚਿਓ ਦੇਖੋ ਮੈਂ ਤੁਹਾਨੂੰ ਪਿਛਲੇ ਕੁਐਸਚਨ 'ਚ ਵੀ ਸਮਝਾ ਦਿੱਤਾ ਸੀਗਾ ਕਿ ਸਭ ਤੋਂ ਪਹਿਲਾਂ ਤਾਂ ਅਸੀਂ ਦੇਖਣਾ ਵੀ ਸਮਕੋਣ ਕਿਹਦੇ 'ਤੇ ਆ। ਸਮਕੋਣ ਤੋਂ ਬਾਅਦ ਜਿਹੜੇ ਦੂਸਰੇ ਦੋ ਕੋਣ ਜਿਹੜੇ ਬਚਦੇ ਆ ਉਹਦੇ ਅਨੁਸਾਰ ਹੀ ਭੁਜਾਵਾਂ ਦੇ ਨਾਮ ਆਉਣਗੇ। ਤੁਸੀਂ ਇਹ ਘਬਰਾਉਣਾ ਨਹੀਂ ਆ ਕਿ ਕਿਸੇ ਸਵਾਲ ਦੇ ਵਿੱਚ ਕਰਨ AC ਹੁੰਦਾ ਵਾ ਅਤੇ ਕਿਸੇ ਸਵਾਲ 'ਚ AB ਆ ਜਾਂਦਾ ਵਾ। ਇਹ ਸਿਰਫ ਐਸ ਕੋਣ ਕਰਕੇ ਹੁੰਦਾ ਜੇ ਕਿ ਸਾਡੀ ਜਿਹੜੀ ਡਾਇਗਰਾਮ ਸਮਕੋਣ ਜਿਹੜੀ ਆ ਉਹਦਾ ਨਾਮ ਕੀ ਦਿੱਤਾ ਹੋਇਆ ਵਾ। ਜੇ ਉਹਦਾ ਨਾਮ ਕੁਛ ਨਹੀਂ ਦਿੰਦੇ ਤਾਂ ਫਿਰ ਤਾਂ ਅਸੀਂ ਇਹਦਾ ਨਾਮ ਆਪਣੇ ਕੋਲੋਂ ਜੋ ਮਰਜ਼ੀ ਰੱਖ ਲਈਏ, ਪਰ ਜੇ ਨਾਮ ਦਿੱਤਾ ਹੋਇਆ ਵਾ ਤਾਂ ਫਿਰ ਸਾਨੂੰ ਸਵਾਲ ਉਸੇ ਅਨੁਸਾਰ ਹੀ ਸੋਲਵ ਕਰਨਾ ਹੋਏਗਾ। ਹੁਣ ਆਹ ਦੇਖੋ AB ਦੀ ਵੈਲਿਊ ਅਸੀਂ ਫਾਈਂਡ ਕਰਨੀ ਆ। ਇਹ ਇਸੇ ਤਰ੍ਹਾਂ ਹੀ ਲਿਖਾਂਗੇ BC 3K ਤੇ ਜਿਹੜਾ AC ਆ ਉਹ ਕਿੰਨਾ ਵਾ 4K, ਇਹਦਾ ਸਕੇਅਰ। ਹੁਣ ਇਹਨਾਂ ਦੇ ਸਕੇਅਰ ਜਿਹੜੇ ਉਹ ਖੋਲ ਲਾਂਗੇ ਅਸੀਂ। ਆ ਇਸੇ ਤਰ੍ਹਾਂ ਲਿਖਾਂਗੇ AB ਦਾ ਸਕੇਅਰ, ਇੱਧਰ ਆ ਗਿਆ 9K ਸਕੇਅਰ, ਇੱਧਰ ਆ ਗਿਆ 16K ਸਕੇਅਰ। ਦੋਨਾਂ ਨੂੰ ਪਲੱਸ ਕਰਾਂਗੇ ਕਿੰਨਾ ਆਏਗਾ, AB ਸਕੇਅਰ ਇਜ਼ ਇਕੁਅਲ ਟੂ 16 ਦੇ 9 ਕਿੰਨੇ ਹੋ ਗਏ 25K ਸਕੇਅਰ। ਅਤੇ AB ਦੀ ਵੈਲਿਊ ਵਰਗਮੂਲ 25K ਸਕੇਅਰ ਕਿਹਦੇ ਬਰਾਬਰ ਆ ਗਿਆ 5K ਦੇ, ਯਾਨੀ ਕਿ AB ਸਾਡੇ ਕੋਲ ਕਿੰਨਾ ਆ ਗਿਆ 5K। ਇੱਥੇ ਲਿਖ ਲਾਂਗਾ ਮੈਂ AB ਦੀ ਵੈਲਿਊ 5K। ਆ ਦੇਖੋ ਹੁਣ ਸਾਨੂੰ ਮੈਂ ਤੁਹਾਨੂੰ ਵਰਕਸ਼ੀਟ ਦਿਖਾ ਕੇ ਤੁਹਾਨੂੰ ਪਹਿਲਾ ਸਟੈਪ ਇਹਦਾ ਦੱਸਣਾ ਵਾ। ਪਹਿਲਾ ਜਿਹੜਾ ਪਾਰਟ ਅਸੀਂ ਕੀ ਸੋਲਵ ਕਰਨਾ, ਦੇਖੋ ਵਰਕਸ਼ੀਟ 'ਚ ਪਹਿਲਾ ਪਾਰਟ ਕੀ ਦਿੱਤਾ ਵਾ ਕਿ ਸਾਈਨ A cos B cos A sin B। ਹੁਣ ਮੈਨੂੰ ਇਹਦੀਆਂ ਵੈਲਿਊਜ਼ ਚਾਹੀਦੀਆਂ ਨੇ। ਮੈਂ ਫਸਟ ਪਾਰਟ ਇੱਥੇ ਲਿਖ ਲੈਣਾ ਕਿ ਜਿਹੜਾ ਫਸਟ ਪਾਰਟ ਮੈਂ ਸੋਲਵ ਕਰਨਾ ਵਾ ਉਹ ਕੀ ਹੈਗਾ ਜੇ ਸਾਈਨ A cos B ਪਲੱਸ cos A sin B। ਹੁਣ ਮੈਂ ਇਹਦੀਆਂ ਵੈਲਿਊਜ਼ ਕੱਢ ਲੈਣੀਆਂ ਨੇ। ਸਭ ਤੋਂ ਪਹਿਲਾਂ ਮੈਂ ਵੈਲਿਊ ਕੱਢਾਂਗਾ ਸਾਈਨ A ਦੀ। ਸਾਈਨ A ਤੇ ਸਾਈਨ ਕਿਹਦੇ ਬਰਾਬਰ ਹੁੰਦਾ ਮੈਂ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਵੀ, ਮੈਂ ਫਿਰ ਦੁਬਾਰਾ ਦਿਖਾ ਦਿੰਦਾ। ਦੇਖੋ ਸਾਈਨ ਦੀ ਵੈਲਿਊ ਲੰਬ ਬਟਾ ਕਰਨ, ਇਹ ਚੇਤਾ ਰੱਖਣਾ ਜੇ, ਪਰਪੈਂਡੀਕੂਲਰ ਓਵਰ ਹਾਈਪੋਟੀਨਿਊਸ। ਲੰਬ ਬਟਾ ਕਰਨ ਅਤੇ ਲੰਬ ਜਿਹੜਾ ਵਾ ਉਹ ਹੈਗਾ ਜੇ 3K ਅਤੇ ਕਰਨ ਅਸੀਂ ਹੁਣੇ ਫਾਈਂਡ ਕੀਤਾ ਵਾ ਉਹ ਕਿੰਨਾ ਆਇਆ 5K। K ਨਾਲ K ਕੱਟ ਅਤੇ ਕਿੰਨੀ ਵੈਲਿਊ ਆ ਗਈ 3/5। ਇਹ ਆ ਗਈ ਸਾਈਨ A ਦੀ। ਹੁਣ ਅੱਗੇ ਕਿਹਦੀ ਚਾਹੀਦੀ ਆ cos B ਦੀ, ਉਹ ਮੈਂ ਇੱਧਰਲੀ ਸਾਈਡ 'ਤੇ ਨਾਲ ਹੀ ਲਿਖ ਲੈਣਾ cos B। ਹੁਣ ਦੇਖੋ ਬੱਚੇ ਜਦੋਂ ਐਂਗਲ B ਆਏਗਾ ਉਦੋਂ ਲੰਬ ਅਤੇ ਕਰਨ ਜਿਹੜੇ ਲੰਬ ਅਤੇ ਆਧਾਰ, ਜਦੋਂ ਕੋਣ B ਆਏਗਾ ਲੰਬ ਅਤੇ ਆਧਾਰ ਬਦਲ ਜਾਣੇ ਜੇ। ਹੁਣ ਕੋਣ B ਆ ਗਿਆ ਇੱਥੇ cos B ਦੀ ਵੈਲਿਊ ਆ ਲੰਬ ਅਤੇ ਆ ਆਧਾਰ ਹੋ ਜਾਣਾ ਜੇ ਹੁਣ, ਅਤੇ ਇਹਦੀ ਵੈਲਿਊ ਆਧਾਰ ਬਟਾ ਕਰਨ
यानी कि 3/5 ही होएगी इहदी वैल्यू भी 3k/5 सेम वैल्यू आ गई बिल्कुल दोनों कट हो गए 3/5 cos b की वैल्यू। ये ध्यान रखियो जदों एंगल चेंज होएगा उदों लंब ते आधार दोनों चेंज हो जाने आ। उस तो बाद सानू वैल्यू चाहिए cos a की। हुण cos a देखिए cos a आधार बटा करण ते आधार जिहड़ा a एंगल दे नाल सीगा वो किन्ना वा 4k ते करण उही रहना 5k k ना k कट ते 4/5 आ गया। हुण चाहिए साइन b की वैल्यू। साइन b लंब बटा करण ते जो लंब चेंज होएगा तो वो आ जाएगा लंब 4k b एंगल के सामने वाली भुजा वो तुसी ध्यान नाल देखियो तो करण उही रहेगा 5k k ना k कट तो वैल्यू कितनी आ गई 4/5। यह साढ़े को वैल्यूज़ आ गई। हुण यही चारे वैल्यूज़ मैं ये लिखांगा तो साढ़े को आंसर आ जाएगा। फिर की बनेगा आ देखो साइन ए पहला साइन ए की वैल्यू 3/5 मल्टीप्लाई cos b वो भी 3/5 विच कहदा साइन आ प्लस का। उस तो बाद cos a 4/5 मल्टीप्लाई साइन b कितना आया 4/5। यह लिख लिया। इन्हों सॉल्व कर लो 3 3 9 9/5 5 प्लस 4 चौके 16 16/5। हुण जदों इनू असीं सॉल्व करांगे आ देखो तो एलसीएम कितना आ जाएगा 5 उपर कितना आ गया 9 जमा 16 क्योंकि दोनों के जिहड़े डिनोमीनेटर हर बराबर ने तो उपरलियां वैल्यूज़ इस तरह ही प्लस हो जानियां ने तो 16 ते 9 25/5 तो 25 एकम 25 तो कितना आंसर आ गया 1। इस जिहड़ा क्वेश्चन जिहड़ा साडा पहला पार्ट सीगा उहदा आंसर कितना आया 1। आ जिहड़ा फस्ट पार्ट सीगा साइन ए cos b प्लस cos a साइन b का। चलो यही वैल्यूज़ दे नाल हुण आ साडा पहला पार्ट निकल गया। हुण जिहड़ियां दूसरियां जिहड़ा इहदा सैकेंड पार्ट आ ਉਹਦੀ ਵਿੱਚ ਕਿਹੜੀ ਰੇਸ਼ੋ ਸਾਨੂੰ ਚਾਹੀਦੀਆਂ ਨੇ ਉਹ ਫਾइंड ਕਰਾਂਗੇ ਅਸੀਂ ਇਹਦੇ ਤੋਂ ਹੀ ਇਸੇ ਡਾਇਗਰਾਮ ਤੋਂ ਤੇ ਫਿਰ ਅਸੀਂ ਸੈਕੰਡ ਪਾर्ट ਦਾ ਸੋਲਵ ਕਰਾਂਗੇ। ਆ ਦੇਖੋ ਬੱਚਿਓ ਸੈਕੰਡ ਪਾर्ट ਕੀ ਆ ਸੀਕੈਂਟ ਸਕੁਏਅਰ a + 2 tan ਸਕੁਏਅਰ a ਯਾਨੀ ਕਿ ਸਾਨੂੰ ਸੀਕੈਂਟ a ਤੇ tan a ਦੀ ਵੈਲਿਊ ਚਾਹੀਦੀ ਆ। ਚਲੋ ਇਹ ਵੀ ਦੇਖਦੇ ਹਾਂ। ਆ ਦੇਖੋ ਬੱਚਿਓ ਸੈਕੰਡ ਪਾर्ट ਸਭ ਤੋਂ ਪਹਿਲਾਂ ਅਸੀਂ ਵੈਲਿਊ ਕੱਢਾਂਗੇ ਸੀਕੈਂਟ a ਦੀ ਤੇ ਜਿਹੜਾ ਸੀਕੈਂਟ ਹੁੰਦਾ ਜੇ ਉਹ ਹੁੰਦਾ ਜੇ हाईपोटीन्यूस ओवर बेस यानी करण बटा आधार। ये मैं इत्थे लिख देना तुहानूं करण बटा आधार। हुण जदों तुसीं इहदे च देखोगे करण साडे कोल सीगा 5k क्योंकि एंगल ए आ ते एंगल ए दे हिसाब नाल फिर जिहड़ा इहदा आधार बनदा वा वो कितना बनदा 4k k ना k कट ते वैल्यू आ गई 5/4। इस तरह ही असीं कड्डांगे tan a। हुण इह च भी एंगल ए ही आ तो टैन जिहड़ा ए जिहड़ा वा वो किहदे बराबर हुंदा लंब बटा आधार दे। आ बच्चो तुसीं जे पेपर च लंब बटा आधार जे तुसीं नाम ही लिखोगे तो तुसीं इहदे च इंग्लिश में भी तुसीं लिख सकते हो परपेंडिकुलर ओवर बेस p/b ते तां भी बिल्कुल तुहाडा क्वेश्चन ठीक होएगा। इहदे च कोई घबराउण वाली गल नहीं आ। हुण जिहड़ी लंब वा वो हैगा जे 3k ते आधार जिहड़ा वा वो 4k k ना k कट वैल्यू आ गई 3/4। हुण इहदे च वैल्यू पुट कर दो। हुण आ देखो ये स्केयर आ सीकेंट की वैल्यू जो मैं लिखांगा वो बाहर स्केयर पावांगा। हुण सीकेंट की वैल्यू कितनी आ 5/4 इहदा स्केयर प्लस आ वाला 2। हुण टैन की वैल्यू लिख के उहदा स्केयर 3/4 का स्केयर। हुण इहदी वैल्यू कितनी आ गई आ देखो 5 का स्केयर 25 25/16 प्लस 2 गुणा 3 का स्केयर 9 तो 4 का स्केयर 16। इनू मैं की लिख सकदा वां 25/16 जमा 18/16। हुण आधार बराबर ने एलसीएम 16 आ जाएगा इहदा उपर दी वैल्यूज़ इस तरह प्लस हो जाएगी 25 जमा 18 तो 25 जमा 18 43 43/16। ये साढ़े कोल आंसर आ गया इहदा सैकेंड पार्ट का। आ जिहड़ा सैकेंड पार्ट सीगा इहदा आ देखो सीकेंट स्केयर ए प्लस 2 tan स्केयर ए आ वाली वैल्यू इहदी कितनी आ गई 43/16 आंसर। ये सीगा बच्चों चौथा क्वेश्चन इहदा सैकेंड पार्ट। इस तो बाद देखते हैं नैक्सट क्वेश्चन नंबर 5। आ देखो बच्चों जिहड़ा 5वां क्वेश्चन है उहदे च की लिखा है इवैल्यूएट मुल पता करो किहदा
3 cos ਸਕੇਅਰ 30 ਡਿਗਰੀ ਪਲੱਸ 2 tan ਸਕੇਅਰ 45 ਡਿਗਰੀ ਮਾਈਨਸ sin ਸਕੇਅਰ 60 ਡਿਗਰੀ। ਤੁਹਾਡੀ ਬੁੱਕ ਦੇ ਵਿੱਚ ਵੀ ਟੇਬਲ ਦਿੱਤਾ ਹੋਇਆ ਵਾ ਔਰ ਉਹਦੀਆਂ ਵੈਲਿਊਜ਼ ਬਾਰੇ ਤੁਹਾਨੂੰ ਪਤਾ ਹੀ ਹੋਏਗਾ ਵੀ ਜਿਹੜੀਆਂ 30 ਡਿਗਰੀ 45 60 ਦੇ ਉੱਪਰ ਇਹਨਾਂ ਦੀ ਵੈਲਿਊਜ਼ ਕੀ ਆ। ਸਿੰਪਲ ਉਹਦੇ 'ਚ ਵੈਲਿਊ ਪੁੱਟ ਕਰਕੇ ਤੇ ਇਹਨੂੰ ਸੋਲਵ ਕਰ ਲੈਣਾ ਤੇ ਇਹਦਾ ਆਨਸਰ ਆ ਜਾਏਗਾ। ਚਲੋ ਦੇਖਦੇ ਹਾਂ ਸੋਲੂਸ਼ਨ ਇਹਦਾ। ਆ ਦੇਖੋ ਬੱਚਿਓ, ਪੰਜਵਾਂ ਕੁਐਸਚਨ ਆ ਸਟੇਟਮੈਂਟ ਆ ਤੁਹਾਡੀ ਵਰਕਸ਼ੀਟ ਦੇ ਉੱਪਰ ਵੀ ਹੈਗੀ ਆ। ਹੁਣ ਇਹਦੇ 'ਚ ਅਸੀਂ ਸਿਰਫ ਵੈਲਿਊਜ਼ ਪੁੱਟ ਕਰਨੀਆਂ। ਆ 3 ਲਿਖ ਲਿਆ। cos 30 ਦੀ ਵੈਲਿਊ ਕਿੰਨੀ ਹੁੰਦੀ ਆ √3/2। ਹੁਣ ਇਹਦੇ ਉੱਪਰ ਸਕੇਅਰ ਆ, ਇੱਥੇ ਸਕੇਅਰ ਆ ਜਾਏਗਾ ਵੈਲਿਊ ਦੇ ਉੱਪਰ ਪਲੱਸ ਇਹ ਵਾਲਾ 2 tan 45 ਦੀ ਵੈਲਿਊ ਕਿੰਨੀ ਹੁੰਦੀ ਆ 1 ਤੇ ਇਹਦਾ ਸਕੇਅਰ ਆ ਜਾਏਗਾ ਉੱਪਰ। ਇੱਧਰ sin 60 ਦੀ ਵੈਲਿਊ ਕਿੰਨੀ ਹੁੰਦੀ ਜੇ √3/2 ਤੇ ਇਹਦਾ ਸਕੇਅਰ ਆ ਜਾਏਗਾ। ਹੁਣ ਇਹਨੂੰ ਅਸੀਂ ਸੋਲਵ ਕਰ ਲਾਂਗੇ। ਆ ਦੇਖੋ 3 ਗੁਣਾ ਜਦੋਂ √3 ਦਾ ਸਕੇਅਰ ਕੀਤਾ ਅੰਡਰ ਤੇ ਸਕੇਅਰ ਕੈਂਸਲ ਤੇ ਕਿੰਨਾ ਆ ਗਿਆ 3। 2 ਦਾ ਵਰਗ 4, 1 ਦਾ ਵਰਗ 1 ਤੇ 2 ਏਕਮ 2, ਇੱਥੇ ਇਕੱਲਾ 2 ਆ ਗਿਆ ਮਾਈਨਸ ਇੱਧਰ ਕਿੰਨਾ ਆ ਗਿਆ 3/4। ਹੁਣ ਇਹਨਾਂ ਨੂੰ ਮਲਟੀਪਲਾਈ ਕਰ ਲਓ ਤੇ ਬਾਕੀ ਐਲਸੀਐਮ ਲੈ ਕੇ ਸੋਲਵ ਕਰ ਲਾਂਗੇ। 9/4 ਪਲੱਸ 2 ਥੱਲੇ ਕੁਛ ਨਹੀਂ ਹੈਗਾ 1 ਲਾ ਸਕਦੇ ਹਾਂ ਅਸੀਂ ਤੇ 3/4। ਇਹਦਾ ਐਲਸੀਐਮ ਕਿੰਨਾ ਆ ਜਾਏਗਾ ਬੱਚਿਓ 4, ਕਿਉਂਕਿ ਆ ਦੇਖੋ 4 4 ਹੀ ਆ ਤੇ ਇਹਦਾ ਐਲਸੀਐਮ 4 ਆ ਜਾਏਗਾ। ਇੱਥੇ 9 ਉਸੇ ਤਰ੍ਹਾਂ ਹੀ, ਇਹਦੇ ਥੱਲੇ ਅਸੀਂ 1 ਲਗਾਇਆ ਸੀਗਾ ਤੇ 4 ਦੀ ਸਿੱਧੀ ਮਲਟੀਪਲਾਈ 2 ਨਾਲ ਹੋ ਜਾਣੀ ਹੈ। 4 2 8, ਇੱਥੇ 4 ਨਾਲ 4 ਕੱਟੇ ਗਏ, 1 ਆਇਆ 3 ਏਕਮ 3। ਹੁਣ 9 ਤੇ 8 17, 17 ਵਿੱਚੋਂ 3 ਗਏ ਤੇ ਕਿੰਨੇ ਬਚੇ 14। ਕਿੰਨਾ ਆ ਗਿਆ 14/4। 2 ਦੇ ਪਹਾੜੇ ਨਾਲ ਕੱਟ ਦਿਓ, 2 2 4 ਤੇ 2 7 14। ਕਿੰਨਾ ਆਨਸਰ ਆ ਗਿਆ 7/2 ਆਨਸਰ। ਆਹ ਸੀਗਾ ਬੱਚਿਓ ਸਾਡਾ ਕੁਐਸਚਨ ਨੰਬਰ 5। ਬਿਲਕੁਲ ਸਿੰਪਲ ਕੁਐਸਚਨ। ਇਹਦੇ ਨਾਲ ਦਾ ਕੁਐਸਚਨ ਜਦੋਂ ਵੀ ਤੁਸੀਂ ਸੋਲਵ ਕਰਨਾ ਹੈਗਾ ਵੈਲਿਊਜ਼ ਜਿਹੜੀਆਂ ਟੇਬਲ ਦੀਆਂ ਨੇ ਇਹ ਤੁਹਾਨੂੰ ਆਉਣੀਆਂ ਚਾਹੀਦੀਆਂ ਨੇ। ਜੇ ਤੁਸੀਂ ਵੈਸੇ ਪ੍ਰੈਕਟਿਸ ਕਰ ਰਹੇ ਹੋ ਤਾਂ ਤੁਸੀਂ ਬੁੱਕ ਤੋਂ ਦੇਖ ਸਕਦੇ ਹੋ। ਇਹ ਵੈਲਿਊਜ਼ ਪੁੱਟ ਕਰਕੇ ਇਹਨੂੰ ਸੋਲਵ ਕਰ ਦਿਓ ਤੇ ਬਸ ਆਨਸਰ ਆ ਜਾਏਗਾ। ਚਲੋ ਦੇਖਦੇ ਹਾਂ ਕੁਐਸਚਨ ਨੰਬਰ ਅੱਗੇ 6। ਆ ਦੇਖੋ ਬੱਚਿਓ 6ਵਾਂ ਕੁਐਸਚਨ ਕੀ ਆ ਕਿ ਮੁੱਲ ਪਤਾ ਕਰੋ ਕਿ ਦਿੱਤਾ 2 sin 26 ਡਿਗਰੀ ਬਟਾ cos 64 ਡਿਗਰੀ ਮਾਈਨਸ 4 tan 65 ਡਿਗਰੀ ਬਟਾ cot 25 ਡਿਗਰੀ ਪਲੱਸ ਕੋਸੀਕੈਂਟ 70 ਡਿਗਰੀ ਓਵਰ ਸੀਕੈਂਟ 20 ਡਿਗਰੀ। ਚਲੋ ਦੇਖਦੇ ਹਾਂ ਇਹਨੂੰ ਕਿਸ ਤਰ੍ਹਾਂ ਸੋਲਵ ਕਰਨਾ। ਆ ਦੇਖੋ ਬੱਚਿਓ 6ਵਾਂ ਜਿਹੜਾ ਕੁਐਸਚਨ ਵਾ ਆ ਸਟੇਟਮੈਂਟ ਲਿਖ ਲਈ ਤੁਹਾਡੀ ਵਰਕਸ਼ੀਟ ਦੇ ਉੱਪਰੋਂ। ਹੁਣ ਇਹਦੇ 'ਚ ਦੇਖੋ ਕੀ ਆ, ਜਿਹੜੀ ਚੀਜ਼ ਸਮਝਣ ਵਾਲੀ ਆ ਉਹ ਧਿਆਨ ਨਾਲ ਸੁਣਿਓ। ਆ ਦੇਖੋ ਜਿਹੜਾ ਆ 26 ਡਿਗਰੀ ਦਿੱਤਾ ਤੇ ਇੱਕ 64 ਡਿਗਰੀ ਦਿੱਤਾ ਹੋਇਆ ਵਾ, ਇਹਨਾਂ ਦੋਨਾਂ ਨੂੰ ਪਲੱਸ ਕਰਕੇ ਦੇਖਿਓ 90 ਡਿਗਰੀ ਆਏਗਾ। 26 ਤੇ 64 ਪਲੱਸ ਕੀਤੇ ਤੇ ਕਿੰਨੇ ਆ ਗਏ 90। 65 ਤੇ 25 ਪਲੱਸ ਕੀਤੇ ਤਾਂ ਵੀ 90 ਤੇ 70 ਤੇ 20। ਜਿਹੜੀਆਂ ਬੱਚਿਓ ਟ੍ਰਿਗਨੋਮੈਟਿਕ ਰੇਸ਼ੋਸ ਨੇ ਜਿਹੜੀਆਂ 90 ਡਿਗਰੀ ਦੇ ਨਾਲ ਦਿੱਤੀਆਂ ਤੁਹਾਡੀ ਬੁੱਕ ਦੇ ਵਿੱਚ ਹੈਗੀਆਂ ਨੇ, ਅਸੀਂ ਇਹਨਾਂ ਨੂੰ ਉਹਦੇ ਨਾਲ ਕਨਵਰਟ ਕਰਾਂਗੇ ਤੇ ਫਿਰ ਇਹਨੂੰ ਸੋਲਵ ਕਰ ਲਾਂਗੇ। ਦੇਖੋ ਕਿਸ ਤਰ੍ਹਾਂ ਸੋਲਵ ਕਰਨਾ। ਚਾਹੇ ਤੁਸੀਂ ਉੱਪਰ ਵਾਲੀ ਨੂੰ ਚੇਂਜ ਕਰ ਲਓ ਚਾਹੇ ਥੱਲੇ ਵਾਲੀ ਨੂੰ। ਸਾਈਨ ਦਾ ਉਲਟ ਕੌਸ ਹੋਣਾ ਜੇ, ਟੈਨ ਦਾ ਕੋਟ, ਸੀਕੈਂਟ ਦਾ ਕੋਸੀਕੈਂਟ ਤੇ ਕੋਸੀਕੈਂਟ ਦਾ ਸੀਕੈਂਟ, ਕੋਟ ਦਾ ਟੈਨ, ਕੌਸ ਦਾ ਸਾਈਨ, ਜਿਹਨੂੰ ਮਰਜ਼ੀ ਚੇਂਜ ਕਰ ਲਓ। ਮੰਨ ਲਓ ਮੈਂ ਉੱਪਰ ਵਾਲੀ ਚੇਂਜ ਕਰਦਾ, ਮੈਂ ਇਹਨੂੰ ਕੀ ਲਿਖਾਂਗਾ ਸਾਈਨ। ਹੁਣ ਆ ਦੇਖੋ 26 ਡਿਗਰੀ ਬਣਾਉਣਾ ਵਾ, 90 ਵਿੱਚੋਂ ਮੈਂ ਕਿੰਨੇ ਘਟਾਵਾਂ ਤੇ 26 ਡਿਗਰੀ ਆਏਗਾ 64। ਬਿਲਕੁਲ ਜਿਹੜਾ ਐਂਗਲ ਜਿਹੜਾ ਥੱਲੇ ਦਿੱਤਾ ਹੋਇਆ ਵਾ ਉਹੀ ਮਾਈਨਸ ਕਰ ਲੈਣਾ 90 ਚੋਂ ਤੇ ਉਹ ਕਿੰਨਾ 90 ਮਾਈਨਸ 64 ਕਿੰਨਾ ਆਉਂਦਾ 26। ਇਹਦੇ ਥੱਲੇ ਕੀ ਲਿਖ ਲੈਣਾ ਇਹੀ ਕੌਸ 64 ਡਿਗਰੀ। ਤੁਸੀਂ ਚਾਹੇ ਜਦੋਂ ਥੱਲੇ ਵਾਲਾ ਚੇਂਜ ਕਰਨਾ ਹੈਗਾ ਤਾਂ ਤੁਸੀਂ ਥੱਲੇ ਲਿਖ ਸਕਦੇ ਹੋ ਕੌਸ 90 ਮਾਈਨਸ 26 ਤੇ ਫਿਰ ਕੀ ਬਣੇਗਾ 90 ਮਾਈਨਸ 26 64। ਅਸੀਂ ਇਸ ਤਰ੍ਹਾਂ ਲਿਖ ਲਾਂਗੇ। ਇੱਥੇ ਆਉਣਾ ਸੀ ਮਾਈਨਸ, ਆ ਦੇਖੋ ਮਾਈਨਸ ਅੱਗੇ 4। ਹੁਣ ਮੈਂ ਇਹਨੂੰ ਚੇਂਜ ਕਰ ਲੈਣਾ, ਇੱਥੇ ਕੀ ਲਿਖਾਂਗਾ ਟੈਨ 90 ਡਿਗਰੀ ਮਾਈਨਸ 25 ਡਿਗਰੀ ਤੇ 90 ਮਾਈਨਸ 25 ਕਿੰਨੇ ਹੁੰਦੇ 65, ਉਹੀ ਆ ਜਾਏਗਾ ਥੱਲੇ ਕੋਟ 25 ਡਿਗਰੀ। ਇਸੇ ਤਰ੍ਹਾਂ ਹੀ ਇੱਥੇ ਕੋਸੀਕੈਂਟ 90 ਮਾਈਨਸ 20, 90 ਮਾਈਨਸ 20 70 ਤੇ ਥੱਲੇ ਸੀਕੈਂਟ 20 ਡਿਗਰੀ। ਆ ਮੈਂ ਤੁਹਾਨੂੰ ਬੋਲ ਕੇ ਤਾਂ ਦੱਸ ਰਿਹਾ 90 ਮਾਈਨਸ 20 70 ਕਿ ਤੁਹਾਨੂੰ ਪਤਾ ਲੱਗ ਜਾਏ ਕਿ ਅਸੀਂ ਕਨਵਰਟ ਕਿਸ ਤਰ੍ਹਾਂ ਕਰਨਾ, ਇਹਨੂੰ ਕਿਸ ਤਰ੍ਹਾਂ ਚੇਂਜ ਕੀਤਾ। ਬਸ ਇਹ ਤੁਸੀਂ ਸਿੱਖਣਾ ਇਹਦੇ 'ਚੋਂ। ਇਹ ਤੁਹਾਨੂੰ ਸਮਝ ਲੱਗ ਗਈ ਕਿ 90 ਵਿੱਚੋਂ ਮਾਈਨਸ ਕਰ ਲੈਣੇ ਆ। ਹੁਣ ਦੇਖੋ ਕਿ ਲਿਖਣਾ ਕਿਸ ਤਰ੍ਹਾਂ ਇਹਨਾਂ ਨੂੰ। ਹੁਣ ਸਾਈਨ 90 ਮਾਈਨਸ ਥੀਟਾ ਹੁੰਦਾ ਜੇ ਕੌਸ ਥੀਟਾ। ਇੱਥੇ ਥੀਟਾ ਕਿੰਨਾ ਸਾਡਾ 64 ਡਿਗਰੀ ਤੇ ਆਨਸਰ ਕੀ ਆਏਗਾ ਇਹਦਾ ਕੌਸ 64 ਡਿਗਰੀ
तो इत्थे मैं की लिखांगा 2 cos 64 डिग्री उपर आ गया, थल्ले cos 64 ਪਹਿਲਾਂ ਹੀ ਦਿੱਤਾ ਹੋਇਆ ਵਾ। ਤੇ ਜੇ ਤੁਸੀਂ ਥੱਲੇ ਵਾਲੇ ਨੂੰ ਚੇਂਜ ਕਰਦੇ ਤੇ ਫਿਰ ਸਾਡੇ ਕੋਲ ਸਾਈਨ ਆ ਜਾਣਾ ਸੀਗਾ, ਸਾਈਨ 26 ਡਿਗਰੀ, ਉੱਪਰ ਵਾਲਾ 26 ਡਿਗਰੀ ਸਾਈਨ ਇਸੇ ਤਰ੍ਹਾਂ ਹੀ ਰਹਿਣਾ ਸੀ। ਹੁਣ -4 ਉਸੇ ਤਰ੍ਹਾਂ ਹੀ tan 90 ਮਾਈਨਸ ਥੀਟਾ cot ਥੀਟਾ, ਇੱਥੇ ਕੀ ਆ ਜਾਏਗਾ cot 25 ਡਿਗਰੀ। ਇਹਨਾਂ ਕੁਐਸਚਨ ਵਿੱਚ ਜਿਹੜੇ ਇਸ ਤਰ੍ਹਾਂ ਦੇ ਕੁਐਸਚਨ ਆਉਂਦੇ ਆ, ਅਸੀਂ ਇਹ ਜਿਹੜੀਆਂ ਰੇਸ਼ੋਜ਼ ਦਿੱਤੀਆਂ ਹੁੰਦੀਆਂ ਨੇ ਇਹਨਾਂ ਨੂੰ ਅਸੀਂ ਇਕੁਅਲ ਥੀਟੇ 'ਚ ਕਰ ਲੈਣਾ, ਫਿਰ ਉਹ ਕੱਟ ਹੋ ਜਾਂਦੀਆਂ ਨੇ ਅਤੇ ਜਿਹੜਾ ਸਾਡਾ ਸਵਾਲ ਆ ਉਹ ਈਜ਼ੀਲੀ ਸੋਲਵ ਹੋ ਜਾਂਦਾ। ਕੋਸੀਕੈਂਟ 90 ਮਾਈਨਸ ਥੀਟਾ, ਸੀਕੈਂਟ ਥੀਟਾ, ਸੀਕੈਂਟ 20 ਡਿਗਰੀ, ਥੱਲੇ ਸੀਕੈਂਟ 20 ਡਿਗਰੀ ਪਹਿਲਾਂ ਦਿੱਤਾ ਹੋਇਆ। ਹੁਣ ਆ ਦੇਖੋ cos 64 ਨਾਲ cos 64 ਕੈਂਸਲ, cot 25 ਨਾਲ cot 25 ਕੈਂਸਲ, ਸੀਕੈਂਟ 20 ਨਾਲ ਸੀਕੈਂਟ 20 ਕੈਂਸਲ। ਇਹਨਾਂ ਦੀ ਜਗ੍ਹਾ 'ਤੇ ਹੁਣ ਬਚਿਆ ਕੀ, ਇੱਥੇ 2, ਇਹਦੀ ਜਗ੍ਹਾ 'ਤੇ 1, -4 ਮਲਟੀਪਲਾਈ 1 ਪਲੱਸ ਇਹਦੀ ਜਗ੍ਹਾ 'ਤੇ 1। ਹੁਣ ਇਹਨੂੰ ਸੋਲਵ ਕਰ ਲਓ, ਇਹ ਕਿੰਨਾ ਆ ਗਿਆ 2 - 4 + 1। ਹੁਣ 2 + 1 3, 3 - 4 ਕਿੰਨਾ ਆ ਗਿਆ -1, ਅਤੇ ਇਹ ਇਹਦਾ ਆਨਸਰ ਆ ਗਿਆ ਜੇ। ਇਹ ਵਾਲੇ ਕੁਐਸਚਨ ਦਾ ਆਨਸਰ ਕਿੰਨਾ ਆਇਆ -1। ਇਹ ਸੀਗਾ ਬੱਚਿਓ ਕੁਐਸਚਨ ਨੰਬਰ 6। ਚਲੋ ਦੇਖਦੇ ਹਾਂ ਕੁਐਸਚਨ ਨੰਬਰ 7। ਆ ਦੇਖੋ ਬੱਚਿਓ ਕੁਐਸਚਨ ਨੰਬਰ 7 ਵਿੱਚ ਕੀ ਕਹਿੰਦੇ ਆ, ਮੁੱਲ ਪਤਾ ਕਰੋ, ਯਾਨੀ ਇਵੈਲੂਏਟ ਕਰਨਾ ਸਾਇਨ ਸਕੇਅਰ 10 ਡਿਗਰੀ ਪਲੱਸ ਸਾਇਨ ਸਕੇਅਰ 80 ਡਿਗਰੀ। ਆ ਦੇਖੋ ਸਾਰੇ ਦਾ ਓਵਰ ਪਾਇਆ ਜੇ ਇੰਨਾ। ਹੁਣ ਯਾਨੀ ਕਿ ਤੁਸੀਂ ਇਸ ਕੁਐਸਚਨ 'ਚ ਕੀ ਦੇਖਣਾ ਵਾ, ਆ ਦੇਖੋ ਜਦੋਂ ਬਟਾ ਪੂਰਾ ਦੇ ਦਿੱਤਾ ਇਹ ਵੱਡਾ, ਦੋ ਰਕਮਾਂ ਉੱਪਰ ਇਕੱਠੀਆਂ ਪਲੱਸ ਦੀਆਂ, ਤੁਸੀਂ ਦੇਖਿਓ ਇਹਨਾਂ ਦੇ ਐਂਗਲ ਪਲੱਸ ਕਰਾਂਗੇ ਤਾਂ 90 ਆਏਗਾ। ਆ ਦੇਖੋ 10 + 80 90, ਥੱਲੇ ਕੀ ਆ 25 + 65 ਇਹ ਵੀ 90। ਹੁਣ ਇੱਧਰ ਦੇਖੋ ਸਿਰਫ ਇੱਕੋ ਇੱਕ ਵੈਲਿਊ ਆ, ਕੀ ਆ 70 ਡਿਗਰੀ ਅਤੇ 20 ਡਿਗਰੀ, ਇਹਨਾਂ ਨੂੰ ਦੋਵਾਂ ਨੂੰ ਪਲੱਸ ਕਰੀਏ ਤਾਂ 90, ਯਾਨੀ ਕਿ ਇਹ ਇਕੱਲਾ ਇਕੱਲਾ ਚੇਂਜ ਹੋਣਾ ਜੇ। ਇਹਦੇ ਵਿੱਚ ਫਾਰਮੂਲਾ ਬਣਨਾ ਵਾ, ਫਾਰਮੂਲਾ ਕਿਸ ਤਰ੍ਹਾਂ ਬਣੇਗਾ, ਚਲੋ ਮੈਂ ਤੁਹਾਨੂੰ ਇਹਦਾ ਸੋਲੂਸ਼ਨ ਕਾਪੀ 'ਤੇ ਦੱਸਦਾ। ਆ ਦੇਖੋ ਬੱਚਿਓ 7ਵੇਂ ਕੁਐਸਚਨ ਦੀ ਮੈਂ ਸਟੇਟਮੈਂਟ ਲਿਖ ਲਈ ਆ। ਆ ਦੇਖੋ ਇਹਦੇ ਵਿੱਚ ਨਾ ਵੈਲਿਊ ਉੱਪਰ ਆ ਰਹੀ ਆ ਸਾਇਨ ਸਕੇਅਰ 10 ਡਿਗਰੀ ਪਲੱਸ ਸਾਇਨ ਸਕੇਅਰ 80 ਡਿਗਰੀ, ਡਿਨੋਮੀਨੇਟਰ 'ਚ ਕੀ ਆ cos ਸਕੇਅਰ 25 ਡਿਗਰੀ ਪਲੱਸ cos ਸਕੇਅਰ 65 ਡਿਗਰੀ। ਸਾਡੇ ਕੋਲ ਇੱਕ ਫਾਰਮੂਲਾ ਵਾ, ਮੈਂ ਇੱਥੇ ਸਾਈਡ 'ਤੇ ਲਿਖ ਦਿੰਦਾ। ਉਹ ਫਾਰਮੂਲਾ ਹੈਗਾ ਸਾਇਨ ਸਕੇਅਰ ਥੀਟਾ ਪਲੱਸ cos ਸਕੇਅਰ ਥੀਟਾ = 1। ਮੈਂ ਇਹ ਵਾਲੇ ਫਾਰਮੂਲੇ ਨੂੰ ਇੱਥੇ ਅਪਲਾਈ ਕਰਨਾ ਵਾ ਅਤੇ ਫਿਰ ਇਹ ਕੁਐਸਚਨ ਸੋਲਵ ਹੋਏਗਾ। ਥੀਟਾ ਯਾਨੀ ਕਿ ਕੁਛ ਵੀ ਹੋ ਸਕਦਾ ਵਾ, ਇੱਥੇ A ਆ ਸਕਦਾ, B ਆ ਸਕਦਾ ਵਾ, ਕੋਈ ਐਂਗਲ ਸੇਮ ਹੋ ਸਕਦਾ ਵਾ। ਮੈਂ ਉਹ ਇੱਥੇ ਫਾਰਮੂਲਾ ਬਣਾ ਲੈਣਾ ਦੋਨੋਂ ਸਾਈਡਾਂ ਦੇ ਉੱਪਰ ਵੀ ਅਤੇ ਥੱਲੇ ਵੀ, ਅਤੇ ਇਹ ਫਿਰ ਵਾਲਾ ਕੁਐਸਚਨ ਅਸੀਂ ਸੋਲਵ ਕਰਾਂਗੇ। ਚਲੋ ਦੇਖਦੇ ਹਾਂ। ਆ ਦੇਖੋ ਮੈਂ ਸਾਇਨ ਸਕੇਅਰ ਥੀਟਾ ਇਸੇ ਤਰ੍ਹਾਂ ਹੀ ਰਹਿਣ ਦਿੱਤਾ 10 ਡਿਗਰੀ, ਇਹਨੂੰ ਮੈਂ ਚੇਂਜ ਕਰ ਲਿਆ, ਇਹਨੂੰ ਮੈਂ ਲਿਖ ਲਿਆ ਸਾਇਨ ਸਕੇਅਰ 80 ਬਣਾਉਣਾ ਵਾ, 90 ਚੋਂ ਘਟਾ ਕੇ, 90 - 10 ਕਿੰਨਾ ਹੁੰਦਾ 80। ਬਸ ਤੁਸੀਂ ਇਹ ਧਿਆਨ ਰੱਖਣਾ ਵਾ ਵੀ ਇੱਕ ਐਂਗਲ ਦੂਸਰੇ ਐਂਗਲ 'ਚੋਂ ਮਾਈਨਸ ਕਰ ਲਾਂਗੇ ਅਤੇ ਉਹਦੀ ਵੈਲਿਊ ਆ ਜਾਂਦੀ ਆ। ਇਸੇ ਤਰ੍ਹਾਂ ਹੀ ਡਿਨੋਮੀਨੇਟਰ 'ਚ ਆ ਜਾਏਗਾ, ਮੈਂ ਇਹਨੂੰ ਚੇਂਜ ਕਰ ਲੈਣਾ ਵਾ cos ਸਕੇਅਰ ਵਾਲੇ ਨੂੰ, ਇਹ ਆ ਜਾਏਗਾ 90 ਡਿਗਰੀ ਅਤੇ -65 ਡਿਗਰੀ, 90 - 65 ਕਰਾਂਗੇ ਤਾਂ ਕਿੰਨਾ ਆਉਂਦਾ 25, ਅਤੇ ਇੱਧਰ ਮੈਂ ਇਹੀ ਲਿਖ ਲੈਣਾ cos ਸਕੇਅਰ 65 ਡਿਗਰੀ ਪਲੱਸ 4। ਹੁਣ ਇਹਦੇ 'ਚੋਂ ਜਿਹਨੂੰ ਮਰਜ਼ੀ ਚੇਂਜ ਕਰ ਲਓ, ਚਾਹੇ ਉੱਪਰ ਵਾਲਾ ਜਾਂ ਥੱਲੇ ਵਾਲਾ। ਜੇ ਉੱਪਰ ਵਾਲੇ ਨੂੰ ਚੇਂਜ ਕਰਦੇ ਹਾਂ ਤਾਂ 90 ਡਿਗਰੀ -20 ਡਿਗਰੀ ਆਏਗਾ, ਅਤੇ ਡਿਨੋਮੀਨੇਟਰ 'ਚ ਕੀ ਆਏਗਾ cos 20 ਡਿਗਰੀ। ਆ ਲਿਖ ਲਿਆ। ਹੁਣ ਅਸੀਂ ਇਹਨੂੰ ਜਿਸ ਤਰ੍ਹਾਂ ਪਿੱਛੇ ਸਮ ਕੀਤਾ ਸੀ ਉਸੇ ਤਰ੍ਹਾਂ ਹੀ ਇਹਨੂੰ ਕਰ ਲਾਂਗੇ ਚੇਂਜ। ਇੱਥੇ ਆ ਜਾਏਗਾ ਸਾਇਨ ਸਕੇਅਰ 10 ਡਿਗਰੀ ਉਸੇ ਤਰ੍ਹਾਂ ਹੀ ਪਲੱਸ ਆ ਦੇਖੋ ਹੁਣ ਇਹ ਸਾਈਨ 90 - ਥੀਟਾ, ਇਹਦਾ ਕੀ ਆ ਜਾਏਗਾ cos ਥੀਟਾ, ਅਤੇ ਯਾਨੀ ਕਿ ਇਹਦੇ ਉੱਪਰ ਨਾਲ ਹੀ ਸਕੇਅਰ ਆ ਜਾਏਗਾ, ਅਤੇ ਥੀਟਾ ਕਿੰਨਾ ਵਾ 10 ਡਿਗਰੀ। ਇਸੇ ਤਰ੍ਹਾਂ ਹੀ ਇੱਧਰ cos ਦਾ ਚੇਂਜ ਹੋ ਜਾਏਗਾ ਸਾਈਨ, ਅਤੇ ਸਾਈਨ ਸਕੇਅਰ 65 ਡਿਗਰੀ, ਅਤੇ ਇੱਧਰ ਕਿੰਨਾ ਵਾ cos ਸਕੇਅਰ 65 ਡਿਗਰੀ ਪਲੱਸ 4, ਇਹਦਾ ਕੀ ਬਣੇਗਾ cos 20 ਡਿਗਰੀ, ਥੱਲੇ cos 20 ਡਿਗਰੀ ਪਹਿਲਾਂ ਹੈਗਾ ਉਹ ਲਿਖ ਲਿਆ। ਹੁਣ ਆਹ ਦੇਖੋ ਆਹ ਜਿਹੜੇ cos 20 ਡਿਗਰੀ ਅਤੇ cos 20 ਡਿਗਰੀ ਕੈਂਸਲ ਹੋ ਗਏ, ਇੱਧਰ ਫਾਰਮੂਲਾ ਬਣ ਗਿਆ ਸਾਇਨ ਸਕੇਅਰ ਥੀਟਾ ਪਲੱਸ cos ਸਕੇਅਰ ਥੀਟਾ। ਆ ਦੇਖੋ ਥੀਟੇ ਬਿਲਕੁਲ ਸੇਮ, ਯਾਨੀ ਕਿ ਐਂਗਲ ਬਿਲਕੁਲ ਸੇਮ ਆ, ਥੱਲੇ ਵੀ ਸਾਇਨ ਸਕੇਅਰ ਥੀਟਾ ਪਲੱਸ cos ਸਕੇਅਰ ਥੀਟਾ, ਅਤੇ ਇਹਦੀ ਵੈਲਿਊ ਕਿੰਨੀ ਹੁੰਦੀ 1। ਇੱਧਰ ਕਿੰਨਾ ਆ ਜਾਏਗਾ 1/1 ਪਲੱਸ 4/1,
1/1 का मतलब 1 तो 4/1 का मतलब 4 तो 4 + 1 कितना आया 5 5 ਇਹਦਾ आंसर आ गया। ये साडा ਜਿਹੜਾ क्वेश्चन नंबर 7 ਸੀਗਾ ਇਹ ਉਹਦਾ ਸੋਲੂਸ਼ਨ ਆ। क्वेश्चन नंबर 7 आ देखो ਇਹਦਾ आंसर आ गया 5। चलो देखते हैं क्वेश्चन नंबर 8। आ देखो बच्चों 8वें क्वेश्चन च की आ प्रूव करना वा कि आ जिहड़ी वैल्यू दी आ ये किहदे बराबर आ 1 दे, यानी कि असी लैफ्ट हैंड साइड लैके तो इनू राइट हैंड साइड के इक्वल प्रूव करांगे। चलो देखते हैं सलूशन ਇਹਦਾ। 8वें क्वेश्चन की आ स्टेटमेंट जे इनू प्रूव की करना भी ये इक्वल टू 1 दे आ। मैं लैफ्ट हैंड साइड लिख लेना यदी लैफ्ट हैंड साइड आ देखो आ सारी वैल्यू इस तरह ही आ जाएगी। tan 26 डिग्री, tan 23 डिग्री, tan 45 डिग्री, tan 67 डिग्री तो tan 64 डिग्री। हुण बच्चों इन्हां दे विचों देखना वा भी किहड़ियां दो डिग्रियां नूं प्लस करके तो 90 बनदा वा। आ देखो 26 दे विच जे मैं 64 वाली प्लस करां तो 90 आउंदा, 23 दे विच 67 प्लस करिए तो 90 आउंदा जे। तो 45 की वैल्यू आलरेडी साडे कोल टेबल वैल्यू च हुंदी आ, ये असीं इकल्ले रखांगे इनू वखरा। तो आ जिहड़ियां असीं इकट्ठियां कर लैणियां 26 ते 64, 23 ते 67 वाली, इन्हां नूं असीं इकट्ठे करके लिख लैंदे आ। किस तरह लिखांगे tan 26 डिग्री ये नाल ही की आ जाएगा tan 64 डिग्री, फिर tan 23 डिग्री ये नाल कितना आएगा tan 67 डिग्री तो नाल की आएगा tan 45 डिग्री। हुण उस तरह जिस तरह पिछले क्वेश्चन किए आ इन्हां दी रेशोस भी चेंज कर लो। tan 26 डिग्री नूं मैं की लिख सकदा tan 90 डिग्री माइनस 64 डिग्री तो ये tan 64 डिग्री इस तरह लिखा जाएगा। फिर मैं इनू की लिख सकदा tan 90 डिग्री माइनस 67 डिग्री तो ये ही आ जाएगा tan 67 डिग्री। हुण tan 45 की वैल्यू सानू पता कि 1 होंदी है तो मैं मल्टीप्लाई नाल 1 पा लिया भी आ tan 45 की वैल्यू पुट कर दी इत्थे 1। tan 90 माइनस थीटा cot थीटा, cot 64 डिग्री तो tan 64 डिग्री। इस तरह इत्थे की आएगा cot 67 डिग्री तो नाल tan 67 डिग्री तो इनू 1 नाल मल्टीप्लाई कर दिता तो यही रह जाएगा सारा। हुण बच्चों देखो इत्थे तुसीं इन्हां नूं सीधा भी कट कर सकते हो जदों थीटे सेम होण ते रेशोस जिहड़ियां ने एक दूजे दे रेसिप्रोकल होण। कॉट ते tan उल्ट ने, थीटा सेम है, कट हो सकदियां। पर जे तुसीं इस तरह कट नहीं करना तुसीं कॉट नूं की लिख सकते हो कॉट दा उल्ट tan हुंदा जे 1/tan 64 डिग्री मल्टीप्लाई tan 64 डिग्री, फिर कॉट दा 1/tan 67 डिग्री तो मल्टीप्लाई आ वाला tan 67 डिग्री। हुण आ देखो उपर थल्ले वैल्यू कट हो जांदियां ने, ਇਹ ਸਾਰੀਆਂ ਕੱਟੀਆਂ ਗਈਆਂ तो वैल्यू की आ गई इक्वल टू 1। तो ये ਜਿਹੜਾ ਉੱਪਰ ਅਸੀਂ ਜਿਹੜਾ ਕੁਐਸਚਨ ਸੋਲਵ ਕਰਨਾ ਸੀ ਆ ਦੇਖੋ ਕੀ ਪ੍ਰੂਵ ਕਰਨਾ ਸੀ ਵੀ ਇਹ ਇਕੁਅਲ ਟੂ 1 ਵਾ ਤੇ ਆ ਇਕੁਅਲ ਟੂ 1 ਆ ਗਿਆ, ਯਾਨੀ ਕਿ ਇਹ ਕਿਹਦੇ ਇਕੁਅਲ ਆ ਇਕੁਅਲ ਟੂ ਰਾਈਟ ਹੈਂਡ ਸਾਈਡ, ਲੈਫਟ ਹੈਂਡ ਸਾਈਡ ਇਜ਼ ਇਕੁਅਲ ਟੂ ਰਾਈਟ ਹੈਂਡ ਸਾਈਡ। ਇਹ ਸੀਗਾ ਬੱਚੇ ਸਾਡਾ ਕੁਐਸਚਨ ਨੰਬਰ ਜਿਹੜਾ 8 ਸੀਗਾ। ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕੁਐਸਚਨ ਨੰਬਰ 9। 9ਵਾਂ ਕੁਐਸਚਨ ਦੇਖੋ, ਜੇਕਰ ਸਾਈਨ 4a ਇਜ਼ ਇਕੁਅਲ ਟੂ cos a ਮਾਈਨਸ 10 ਡਿਗਰੀ ਜਿੱਥੇ 4a ਇੱਕ ਨਿਊਨ ਕੋਣ ਹੈ ਤਾਂ a ਦਾ ਮੁੱਲ ਪਤਾ ਕਰੋ। ਇਫ ਸਾਈਨ 4a ਇਜ਼ ਇਕੁਅਲ ਟੂ cos a ਮਾਈਨਸ 10 ਡਿਗਰੀ ਵੇਅਰ 4a ਇਜ਼ ਐਨ ਅਕਿਊਟ ਐਂਗਲ ਫਾਈਂਡ ਦਾ ਵੈਲਿਊ ਆਫ a। ਅਸੀਂ a ਦੀ ਵੈਲਿਊ ਫਾਈਂਡ ਕਰਨੀ ਆ। a ਇੱਕ ਅਕਿਊਟ ਐਂਗਲ ਦਿੱਤਾ ਯਾਨੀ ਨਿਊਨ ਕੋਣ ਦਿੱਤਾ ਵਾ। ਚਲੋ ਦੇਖਦੇ ਹਾਂ ਕਿਸ ਤਰ੍ਹਾਂ ਸੋਲਵ ਕਰਾਂਗੇ ਕੁਐਸਚਨ ਨੂੰ। ਆ ਦੇਖੋ ਬੱਚੋ 9ਵੇਂ ਕੁਐਸਚਨ ਦੀ ਮੈਂ ਸਟੇਟਮੈਂਟ ਲਿਖ ਲਈ ਹੈ। ਸਾਨੂੰ ਦਿੱਤਾ ਸਾਈਨ 4a ਇਜ਼ ਇਕੁਅਲ ਟੂ cos a ਮਾਈਨਸ 10 ਡਿਗਰੀ। ਹੁਣ ਬੱਚੋ ਜਿਹੜਾ ਸਾਈਨ 4a ਆ ਇਹਨੂੰ ਮੈਂ ਕੀ ਲਿਖ ਸਕਦਾ ਵਾਂ, ਜਿਸ ਤਰ੍ਹਾਂ ਅਸੀਂ ਪਿਛਲੇ ਕੁਐਸਚਨ ਕੀਤੇ ਸੀਗੇ ਇਹਨੂੰ ਮੈਂ ਜੇ ਲਿਖਣਾ ਹੋਏ ਤਾਂ ਮੈਂ ਕੀ ਲਿਖਾਂਗਾ cos 90 ਮਾਈਨਸ ਥੀਟਾ ਯਾਨੀ ਕਿ 90 ਮਾਈਨਸ 4a ਅਤੇ cos 90 ਮਾਈਨਸ ਥੀਟਾ ਕਿਹਦੇ ਬਰਾਬਰ ਹੁੰਦਾ ਸਾਈਨ ਥੀਟਾ ਦੇ। ਹੁਣ ਸਾਈਨ 4a ਦੀ ਵੈਲਿਊ ਅਸੀਂ ਆਹ ਲਿਖ ਸਕਦੇ ਹਾਂ ਅਤੇ ਮੈਂ ਇਹੋ ਵੈਲਿਊ ਇੱਥੇ ਪੁੱਟ ਕਰ ਦਿੰਦਾ ਇਹਦੀ ਅਤੇ ਇਹ ਕੀ ਬਣ ਗਿਆ ਸਾਡੇ ਕੋਲ cos 90 ਡਿਗਰੀ ਮਾਈਨਸ 4a ਇਜ਼ ਇਕੁਅਲ ਟੂ ਆਹ ਜਿਹੜੀ ਵੈਲਿਊ ਆ ਮੈਂ ਸਾਈਨ 4a ਦੀ ਜਗ੍ਹਾ 'ਤੇ ਆਹ ਵੈਲਿਊ ਲਿਖੀ ਆ ਇਹਦੀ ਜਗ੍ਹਾ 'ਤੇ। ਹੁਣ ਇੱਥੇ ਇਹੀ ਰਹੇਗਾ cos a ਮਾਈਨਸ 10 ਡਿਗਰੀ। ਹੁਣ ਆ ਦੇਖੋ cos ਦੋਨੋਂ ਪਾਸੇ ਬਰਾਬਰ ਨੇ, ਕੈਂਸਲ ਹੋ ਜਾਣਗੇ। ਬਾਕੀ ਕੀ ਬਚਿਆ
90 डिग्री माइनस 4a इज़ इक्वल टू a माइनस 10 डिग्री। हुण a वाले एक पासे ते जिहड़े एंगल ने दूसरे वो एक पासे 90 डिग्री, माइनस वाला 10 इधर आके प्लस 10 डिग्री हो गया। इधर a पहला ही आ, माइनस 4a इधर जाके प्लस का 4a हो गया। इधर साढ़े को की बन गया 100 इज़ इक्वल टू 5a तो 100 बटा 5 आ जिहड़ा 5 वा इधर आके डिवाइड करेगा बराबर a तो किन्ने नाल कटिया गया 20 नाल। इहदा मतलब की आ भी a साढ़े को कितना आ गया 20 डिग्री। आ देखो सानू क्या सी भी a एक की आ एक्यूट एंगल आ तो देखो 20 डिग्री जी 90 तो छोटा तो 0 तो वड्डा एक्यूट एंगल होंदा यानी न्यून कोण वा तो इस करके ए जिहड़ा वा वो 20 डिग्री होएगा। ये सीगा बच्चों बिल्कुल सिंपल जिहा क्वेश्चन नंबर 9। ये क्वेश्चन बड़े ध्यान नाल देखियो। तो बच्चों एक काम जरूर करो, वीडियो तुसीं जो देखते हो चैनल जरूर सबसक्राइब कर लिया करो, बिल्कुल फ्री जे। और ये चैनल के उपर सिर्फ तो सिर्फ तुहाडे वास्ते मेहनत की जाती है। जो तुसीं चैनल सबसक्राइब करते हो तो सानू लगता कि जी साडी मेहनत आ वो जी सफल हो रही आ। चलो देखते हैं क्वेश्चन नंबर 10। 10वें क्वेश्चन च की स्टेटमेंट आ देखो, जेकर साइन a प्लस बी इज़ इक्वल टू 1, कॉस a माइनस बी इज़ इक्वल टू √3/2 ਅਤੇ 0 डिग्री लैस दैन a जमा b लैस दैन इक्वल टू 90 डिग्री। एक कंडीशन दी है नाल दी है a ग्रेटर दैन b यानी कि a b तो वड्डा वा तो a ਅਤੇ b का मुल पता करो। चलो बच्चों देखते हैं कि इनू असी सॉल्व किस तरह करना। मैं तुहानूं इत्थे थोड़ा जिहा दसदा कि जदों असी इस क्वेश्चन नूं सॉल्व करके a ते b की वैल्यू कड्ढनी है, एक गल का ध्यान रखियो कि a की वैल्यू b तो वड्डी आवे क्योंकि इत्थे दिता a ग्रेटर दैन b यानी कि a वड्डा है b तो a की वैल्यू वड्डी आएगी। दूसरी गल कहते हैं कि जदों a ते प्लस b दोनों एंगल्स नूं जोड़ांगे जां तो वह 90 आएगा तो जां 90 के बराबर आएगा तो जां 90 तो छोटा। दोनों कंडीशनां देखो लैस दैन तो ईक्वल टू का साइन पाया जे। a जमा b दोनों एंगल जोड़ांगे जां 90 तो छोटे होणगे तो जां दोनों मिल के 90 आउणगे, उस तो वड्डा आंसर नहीं आ सकता। ये ध्यान रखियो, आ कंडीशन दी हुई है। चलो देखते हैं इसका सलूशन। आ देखो बच्चों साढ़े को आड़ियाँ दो कंडीशन दित्तियां ने, साइन a प्लस b 1 दिता तो कॉज a माइनस b √3/2 दिता वा। असीं इहदे तो सवाल नूं शुरू करांगे। सब तो पहलां की लिखना इहदे सलूशन दे विच, आ देखो सब तो पहलां असीं लिखांगे साइन a प्लस b इज़ इक्वल टू 1। हुण आ देखो ये साइन विच वा तो साइन की किन्नी वैल्यू के उपर जाके किन्ने एंगल के उपर ये वैल्यू 1 हुंदी आ वो असीं इत्थे लिख लांगे। वो हुंदी जे साइन 90 डिग्री, साइन 90 की। जे इत्थे कॉस हुंदा तो असीं कॉस की चैक करनी ही, हुण साइन आ तो साइन की चैक करांगे। इत्थे लिख लांगे साइन a प्लस b इज़ इक्वल टू साइन 90 डिग्री, साइन 90 की वैल्यू 1। हुण आ साइन ना साइन कट हो गया, साढ़े को की बचा इत्थे a जमा b बराबर 90 डिग्री। ये साढ़े को आ गई इक्वेशन नंबर 1। हुण असीं दूसरी कंडीशन लैके चलांगे कॉज a माइनस b। हुण उहदे च सानू कॉस दिता आ, कॉज a माइनस b इज़ इक्वल टू √3/2। हुण असीं कॉस की देखांगे कि किन्ने डिग्री के उपर जिहड़ी इहदी वैल्यू आ √3/2 हुंदी आ, वो हुंदी जे कॉस 30 की। कॉज a माइनस b इज़ इक्वल टू कॉज 30 डिग्री। वैल्यू की जगह तो डिग्री वाली पा ले इसी वैल्यू, कॉस ना कॉस कट हो गया। इत्थे बचा a माइनस b इज़ इक्वल टू 30 डिग्री नंबर 2। हुण एक तो दो नूं असीं ऐड कर दईए क्योंकि उस एक प्लस वाला तो एक माइनस वाला वा, ये कट्टे जाने आ ऐड करांगे तो हुण इत्थे की लिखांगे एडिंग 1 एंड 2, एडिंग 1 एंड 2। इन्हां दोनों नूं ऐड कर देंगे। किस तरह लिखना a प्लस b इज़ इक्वल टू 90 डिग्री, a माइनस b इज़ इक्वल टू 30 डिग्री। हुण ऐड करना वा, साइन चेंज नहीं होणगे, प्लस वाले तो माइनस वाला कैंसल, कितना आ गया इत्थे 2a इज़ इक्वल टू 120 डिग्री। हुण इत्थों असीं a की वैल्यू फाइंड कर लांगे। ये की आ गया a बराबर 120/2 कट किया 60 डिग्री, ए की वैल्यू कितनी आ गई 60 डिग्री। हुण ए की वैल्यू जी 60 डिग्री आई आ, इनू इक्वेशन नंबर 1 च पुट करके तो बी की वैल्यू असी फाइंड कर लाँगे। इत्थे ए की वैल्यू कितनी पुट करनी 60 डिग्री।
फ्रॉम इक्वेशन 1 इक्वेशन 1 की आ ए जमा बी बराबर 90 डिग्री ए की वैल्यू 60 पुट कर दो 60 जमा बी बराबर 90 डिग्री तो बी की वैल्यू कितनी आ गई 90 माइनस 60 डिग्री तो बी आ गया साढ़े कोल 30 डिग्री। यह साढ़े को दोनों वैल्यूज़ आ गई। हुण देखो सानू कंडीशन की कही सी आ देखो कि ए ग्रेटर दैन बी यानी कि ए वड्डा होएगा बी तो आ देखो ए की वैल्यू 60 तो बी की वैल्यू 30 ए वड्डा आ गया बी तो ये कंडीशन क्लीयर हो गई। दूसरा कहते सी इन्हां दा जोड़ जिहड़ा वा जां ते 90 होए जां 90 तो छोटा। हुण 60 जमा 30 कितना आ रहा 90 आ देखो तो ये भी कंडीशन साडी क्लीयर हो गई कि ए जमा बी की वैल्यू जिहड़ी आ वो 90 आ गई। यानी कि साडा क्वेश्चन दे विच ये दोनों आंसर आ गए ए की वैल्यू 60 डिग्री तो बी की वैल्यू 30 डिग्री। ये सीगा साडा क्वेश्चन नंबर 10। चलो देखते हैं कि नैक्सट क्वेश्चन नंबर 11। आ देखो बच्चों आ सानू स्टेटमेंट दी है 9 सीकेंड स्केयर ए माइनस 9 टैन स्केयर ए प्लस 5 साइन स्केयर थीटा प्लस 5 कॉस स्केयर थीटा। ਇਹਦਾ ਕਹਿੰਦੇ ਮੁੱਲ पता करो। बिल्कुल सिंपल क्वेश्चन आ। चलो मैं ਤੁਹਾਨੂੰ ਇਹਦਾ सोल्यूशन ਦੱਸਦਾ। आ देखो बच्चों 11वें क्वेश्चन की स्टेटमेंट लिख ली। हुण आ देखो ये 9 कॉमन निकलता मैं इतों 9 कॉमन कढ़ लाँगा साढ़े को बाकी की बचा सीकेंड स्केयर ए माइनस टैन स्केयर ए प्लस हुण इधरों की कॉमन निकलता 5 मैं इधरों 5 कॉमन कढ़ लिया तो बाकी की बचा साइन स्केयर थीटा प्लस कॉस स्केयर थीटा। हुण आ देखो जिहड़ी इहदी वैल्यू आ सीकेंड स्केयर ए माइनस टैन स्केयर ए या सीकेंड स्केयर थीटा माइनस टैन स्केयर थीटा इहदी वैल्यू हुंदी जे 1 प्लस 5 आ वाला साइन स्केयर थीटा प्लस कॉस स्केयर थीटा तुहानूं पहलां भी दस्सिया सी इहदी वैल्यू भी 1 हुंदी आ। ये असीं लिख ली 9 1 9 प्लस 5 1 5 9 तो 5 किन्ने आ गए 14 तो ये इहदा आंसर आ गया जी 11वें क्वेश्चन का। बिल्कुल सिंपल क्वेश्चन बच्चों आ जिहड़े फार्मूले ना तुहाडी बुक च दिते हुए ने कि जिहड़ा सीकेंड स्केयर ए माइनस टैन स्केयर ए 1 वा साइन स्केयर थीटा प्लस कॉस स्केयर थीटा 1 वा तो इस तरह ही कोसीकेंड का फार्मूला हैगा। इस ये तिन्ने फार्मूले तुसीं अपनी बुक तो जरूर देख लिओ। जे तुहानूं कोई प्रॉब्लम आएगी तो तुसीं जरूर कमेंट सैक्शन च लिखिओ मैं तुहाडी वो प्रॉब्लम का हल जरूर लैके आवांगा। चलो देखते हैं क्वेश्चन नंबर 12। आ देखो बच्चों जो 12वां क्वेश्चन वा कहते सिद्ध करो यानी कि प्रूव करना कि लैफ्ट हैंड साइड इज़ इक्वल टू राइट हैंड साइड आ। लैफ्ट हैंड साइड पर की दिता टैन ए ओवर 1 प्लस सीकेंट ए माइनस टैन ए ओवर 1 माइनस सीकेंट ए तो प्रूव की करना वा इज़ इक्वल टू 2 कोसीकेंट ए यानी कि असी लैफ्ट हैंड साइड लवांगे सॉल्व करांगे तो देखांगे कि राइट हैंड साइड के इक्वल आती है कि नहीं आती। चलो देखते हैं इसका सोल्यूशन। 12वें क्वेश्चन की बच्चों देखो स्टेटमेंट लिख ली आ असी लैफ्ट हैंड साइड नूं राइट हैंड साइड के इक्वल प्रूव करना। सब तो पहला मैं लिखांगा लैफ्ट हैंड साइड। लैफ्ट हैंड साइड यदि की आ टैन ए ओवर 1 प्लस सीकेंट ए माइनस टैन ए ओवर 1 माइनस सीकेंट ए। हुण मैं इनू सॉल्व करांगा। देखो आ इहदा एलसीएम लै लेना क्योंकि इत्थे फार्मूला बन जाएगा ए प्लस बी तो ए माइनस बी। इहदा एलसीएम आ गया 1 प्लस सीकेंट ए तो 1 माइनस सीकेंट ए। ये आ गया एलसीएम। हुण इन्हां दी मल्टीप्लाई हो जाएगी उपर आ इहदे नाल कट यानी कि सीधी क्रॉस मल्टीप्लाई बन जाती इन्हां दी। टैन ए इहदी मल्टीप्लाई होनी है 1 माइनस सीकेंट ए दे नाल। हुण आ वाली माइनस जिहड़ी स्टेटमेंट च दित्ती सी वो पावांगे विच फिर आ वाला टैन ए तो इहदे नाल की आएगा 1 प्लस सीकेंट ए। यह असीं लिख लिया। हुण इन्हां दी मल्टीप्लाई करांगे अगे तो इनू सॉल्व कर लांगे की आएगा टैन ए माइनस की आ गया टैन ए सीकेंट ए। फिर अगे आ माइनस अंदर साइन चेंज करेगा टैन ए यह भी माइनस दा टैन ए नाल की आ गया सीकेंट ए। थले ये डिनोमीनेटर च फार्मूला की बन जाना ए प्लस बी तो ए माइनस बी यानी कि ए स्केयर तो माइनस बी स्केयर यानी कि सीकेंड स्केयर ए। 1 का स्केयर 1 ही रहेगा। हुण आ देखो इत्थे टैन ए प्लस का तो टैन ए माइनस का दोनों कैंसल हो गए।
बाकी दोनों माइनस दे बचे, माइनस टैन ए सीकेंट ए तो माइनस टैन ए सीकेंट ए, ये दो बारी ने। इनू की लिखांगे -2 टैन ए तो सीकेंट ए। हुण बच्चों आ जिहड़ा फार्मूला वा थल्ले 1 माइनस सीकेंट स्केयर ए, इनू मैं पहला हाली फिलहाल इस तरह लिख लेना वा, और मैं तुहानूं रफ च दस दिना। पिछले क्वेश्चन च मैं तुहानूं दस्सिया सीगा कि सीकेंट स्केयर ए माइनस टैन स्केयर ए की वैल्यू कितनी हुंदी 1। हुण जे मैं आ फार्मूला देखा तो इत्थों फार्मूला की बनता वा ये वाला कि सीकेंट स्केयर ए आ 1 इधर आके माइनस का होएगा, आ माइनस का टैन स्केयर ए उधर जाके प्लस का होएगा टैन स्केयर ए, यानी कि मैनू डिनोमीनेटर चाहिए सीकेंट स्केयर ए -1, पर इत्थे हैगा 1 माइनस सीकेंट स्केयर ए। मैं इस माइनस कॉमन कढ़ लाँगा, इस माइनस कॉमन कढ़ांगा, उपर वाली जी टर्म है इस तरह आ जाएगी सीकेंट ये सारा उस तरह लिख लिया। तो डिनोमीनेटर च माइनस जो मैं कॉमन कढ़िया तो बाकी की बचा इत्थे, इत्थे आ जाएगा साइन चेंज हो जाएगा सीकेंट स्केयर ए तो -1। हुण आ माइनस तो माइनस कट हो गए। हुण इहदा फार्मूला की आ टैन स्केयर ए, मैं इहदी जगह तो ये लिख दांगा, उपर आ गया 2 टैन ए सीकेंट ए तो ये थले की आ गया टैन स्केयर ए। हुण टैन स्केयर ए नूं मैं आ देखो दो बारी भी लिख सकदा वां, जिस तरह मैं इत्थे लिख लिया तुहाडे वास्ते सिंपलीफाई करदा पिया बिल्कुल ईजी तरीके नाल कि तुहानूं समझ लग जाए कि कटिंग जिद्दां टैन स्केयर वा, इनू मैं लिख सकदा टैन ए इंटू टैन ए दो बारी, क्योंकि पावर 2 आ, एक टैन ए ना एक टैन ए कैंसल हो गया, बाकी की बचा 2 सीकेंट ए ओवर टैन ए। हुण जिहड़ी सीकेंट वा उहदी वैल्यू हुंदी जे 1 ओवर कॉज ए, तो टैन ए की वैल्यू होंगी साइन बटा कॉज ए। जो मैं इत्थे वैल्यू लिखांगा थले तो ये उलट के उपर आ जाएगी, तो इधर आके बन जाएगा कॉज ए बटा साइन ए। मैं इत्थों एक स्टैप जो शॉर्ट कर दिता वा, तुसीं समझ लियो। टैन ए की वैल्यू तुसीं थले जो लिखोगे साइन बटा कॉज, सीकेंट की लिख ली 1 ओवर कॉज, तो ये थले आ जाएगी साइन बटा कॉज, वो उल्टा के लिखांगे तो इस तरह आ जाएगा कॉज ए ना कॉज ए कट हो गया, बाकी की बचा 2 इंटू 1 ओवर साइन ए। हुण देखो जिहड़ा 1 ओवर साइन ए आ ये किहदी वैल्यू हुंदी आ कोसीकेंट दी, कोसीकेंट ए दी। हुण आ देखो असीं प्रूव की करना सीगा, जिहड़ी उपर स्टेटमेंट सीगी इहनूं असीं प्रूव करना सी 2 कोसीकेंट ए दे। तो आ देखो जो इनू सॉल्व किया तो साडे कोल यही वैल्यू आ गई, तो इनू की लिखांगे दिस इज़ इक्वल टू राइट हैंड साइड, यानी कि साडे को की आ गया था सोल्यूशन लैफ्ट हैंड साइड इज़ इक्वल टू राइट हैंड साइड। यह सीगा असीं प्रूव कर लिया क्वेश्चन नंबर 12। चलो बच्चों इस तो बाद देखते हैं क्वेश्चन नंबर 13। आ देखो बच्चों 13वें क्वेश्चन की आ स्टेटमेंट लिख ली आ, ये असीं की प्रूव करना, देखो तुसीं ध्यान नाल इधरली साइड ते कॉस ते साइन दिते आ, दूजे पासे कोसीकेंट ते कॉट दिता होया। हुण देखो जदों कॉट बनाउणा होवे ते कॉज ओवर साइन हुंदा, ते सीकेंट या कोसीकेंट बनाउणा होए ते 1 ओवर साइन, यानी कि जे असीं लैफ्ट हैंड साइड नूं साइन ए नाल डिवाइड करिए यानी कि अंश अते हर नूं, ते फिर असीं कोसीकेंट ते कॉट दीयां वैल्यूज़ जिहड़ियां वो फाइंड कर सकते हैं। यानी कि असीं जिहड़ा सवाल जिहड़ा सॉल्व करना वा उन्होंने असीं राइट हैंड साइड के इक्वल प्रूव कर सकते हैं। सब तो पहला असीं की लिखांगे लैफ्ट हैंड साइड, लैफ्ट हैंड साइड इज़ इक्वल टू कॉज ए माइनस साइन ए प्लस 1 ओवर कॉज ए प्लस साइन ए माइनस 1। हुण असीं की करना वा कि इत्थे उपरली वैल्यू यानी कि न्यूमरेटर ते थले डिनोमीनेटर यानी कि अंश अते हर दोनों नूं की करांगे असीं साइन ए नाल भाग करांगे, अंश अते हर न्यूमरेटर अते डिनोमीनेटर नूं साइन ए नाल। जे इत्थे बी लिखिया हुंदा तो बी लैना सी, सी लिखिया हुंदा सी, असीं मतलब थीटा यानी कि एंगल उही लैना जो दिता होया वा नूं साइन ए नाल
ਭਾਗ ਕਰਨ 'ਤੇ ਸਾਡੇ ਕੋਲ ਕੀ ਆਉਂਦਾ ਵਾ, ਦੇਖਦੇ ਹਾਂ ਅਸੀਂ ਇਹਨੂੰ ਡਿਵਾਈਡ ਕਰਕੇ। ਆ ਦੇਖੋ ਮੈਂ ਇੱਥੇ ਵੱਖਰਾ ਵੱਖਰਾ ਲਿਖ ਦਿੰਦਾ ਵਾਂ, cos A ਓਵਰ sin A ਮਾਈਨਸ sin A ਓਵਰ sin A ਪਲੱਸ 1 ਓਵਰ sin A। ਇਹ ਸਾਈਨ ਇੱਥੇ ਪਾ ਲੈਂਦੇ ਹਾਂ ਅਸੀਂ। ਉਸ ਤੋਂ ਬਾਅਦ ਆ ਦੇਖੋ ਹੁਣ ਡਿਨੋਮੀਨੇਟਰ 'ਚ ਵੀ ਇਸੇ ਤਰ੍ਹਾਂ ਹੀ ਹਰ ਨੂੰ ਵੀ cos A ਬਟਾ sin A ਪਲੱਸ sin A ਬਟਾ sin A ਪਲੱਸ ਸੌਰੀ ਮਾਈਨਸ ਆ ਵਾਲਾ ਇੱਥੇ ਮਾਈਨਸ ਆਏਗਾ, ਮਾਈਨਸ 1 ਓਵਰ sin A। ਹੁਣ ਆ ਦੇਖੋ sin A ਨਾਲ sin A ਕੱਟ, ਇੱਥੇ ਵੀ ਕੱਟ ਹੋ ਗਿਆ। ਬਾਕੀ ਕੀ ਬਣਿਆ, cos A ਓਵਰ ਜਿਹੜਾ sin A ਆ, ਇਹ ਵੈਲਿਊ ਕਿਹਦੀ ਹੁੰਦੀ ਆ, cos A ਓਵਰ sin A cot A ਦੀ। ਇੱਥੇ ਲਿਖ ਲਾਂਗਾ cot A ਮਾਈਨਸ 1, ਇੱਥੇ 1 ਬਚਿਆ, ਪਲੱਸ 1 ਓਵਰ sin A ਜਿਹੜੀ ਵੈਲਿਊ ਆ ਉਹ ਹੈਗੀ ਆ ਕੋਸੀਕੈਂਟ ਦੀ, ਇੱਥੇ ਆ ਗਿਆ ਕੋਸੀਕੈਂਟ A। ਅਤੇ ਇੱਧਰ ਕੀ ਆ ਗਿਆ ਥੱਲੇ, ਇੱਧਰ ਵੀ ਆ ਗਿਆ cot A, ਬਾਕੀ ਪਲੱਸ ਇੱਥੇ 1 ਆਹ ਵਾਲਾ ਮਾਈਨਸ ਅਤੇ 1 ਓਵਰ sin A ਦੀ ਕੋਸੀਕੈਂਟ A। ਇਹ ਲਿਖ ਲਿਆ। ਹੁਣ ਬੱਚੇ ਮੈਂ ਤੁਹਾਨੂੰ ਦੱਸਦਾ ਅੱਗੇ ਇੱਕ ਫਾਰਮੂਲਾ ਤੁਹਾਨੂੰ ਮੈਂ ਦੱਸਦਾ ਵਾਂ। ਉਹ ਫਾਰਮੂਲਾ ਕੀ ਆ ਕਿ ਕੋਸੀਕੈਂਟ ਸਕੇਅਰ ਥੀਟਾ ਮਾਈਨਸ cot ਸਕੇਅਰ ਥੀਟਾ ਇਜ਼ ਇਕੁਅਲ ਟੂ 1। ਜਿਸ ਤਰ੍ਹਾਂ ਪਿੱਛੇ ਮੈਂ ਦੱਸਿਆ ਸੀ ਕਿ ਪਹਿਲਾ ਫਾਰਮੂਲਾ ਹੈਗਾ ਸੀ cos ਸਕੇਅਰ ਥੀਟਾ ਪਲੱਸ sin ਸਕੇਅਰ ਥੀਟਾ ਇਜ਼ ਇਕੁਅਲ ਟੂ 1। ਇੱਕ ਦੂਸਰਾ ਦੱਸਿਆ ਸੀ ਸੀਕੈਂਟ ਸਕੇਅਰ ਥੀਟਾ ਮਾਈਨਸ tan ਸਕੇਅਰ ਥੀਟਾ ਇਜ਼ ਇਕੁਅਲ ਟੂ 1। ਤੀਸਰਾ ਫਾਰਮੂਲਾ ਹੈਗਾ ਕੋਸੀਕੈਂਟ ਸਕੇਅਰ ਥੀਟਾ ਮਾਈਨਸ cot ਸਕੇਅਰ ਥੀਟਾ ਇਜ਼ ਇਕੁਅਲ ਟੂ 1। ਔਰ ਇਹ ਇਸ ਇੱਕ ਫਾਰਮੂਲੇ ਤੋਂ 3 ਤਰ੍ਹਾਂ ਦੀਆਂ ਵੈਲਿਊਜ਼ ਨਿਕਲਦੀਆਂ ਨੇ। ਇਹਦੇ 'ਚੋਂ ਕੋਸੀਕੈਂਟ ਸਕੇਅਰ ਥੀਟੇ ਦੀ ਵੀ ਨਿਕਲੇਗੀ, cot ਸਕੇਅਰ ਥੀਟੇ ਦੀ ਵੀ, ਅਤੇ 1 ਦੀ ਆਲਰੇਡੀ ਨਿਕਲੀ ਹੋਈ ਆ। ਇਹ ਬੱਚੇ ਆਹ ਵਾਲੇ ਫਾਰਮੂਲੇ ਜਿਹੜੇ ਤੁਹਾਨੂੰ ਮੈਂ 3 ਦੱਸੇ ਆ, ਇਹ ਤੁਹਾਡੀ ਬੁੱਕ ਵਿੱਚ ਵੀ ਦਿੱਤੇ ਹੋਏ ਨੇ। ਚਲੋ ਦੇਖਦੇ ਹਾਂ ਕਿ ਇੱਥੇ ਅਸੀਂ ਇਸ ਫਾਰਮੂਲੇ ਨੂੰ ਕਿਸ ਤਰ੍ਹਾਂ ਅਪਲਾਈ ਕਰਨਾ। ਦੇਖੋ ਜਿੱਥੇ 1 ਲਿਖਿਆ ਵਾ ਉਹਦੀ ਜਗ੍ਹਾ 'ਤੇ ਮੈਂ ਆਹ ਸਾਰੀ ਵੈਲਿਊ ਲਿਖਣੀ ਹੈ। ਇਹਦੇ ਵਿੱਚ ਜਿੱਥੇ 1 ਲਿਖਿਆ ਉਹਦੀ ਜਗ੍ਹਾ 'ਤੇ ਪਹਿਲਾਂ ਮੈਂ ਇਹਨਾਂ ਨੂੰ ਇਕੱਠੇ ਕਰ ਲੈਣਾ, ਕਿਉਂਕਿ ਆ ਦੇਖੋ ਕੋਸੀਕੈਂਟ ਅਤੇ cot 'ਚ ਫਾਰਮੂਲਾ ਵਾ, ਅਤੇ ਮੈਂ ਆਹ ਪਲੱਸ ਵਾਲੀਆਂ ਟਰਮਾਂ ਨੂੰ ਪਹਿਲਾਂ ਇਕੱਠੇ ਕਰਕੇ ਲਿਖ ਲੈਣਾ। ਇਹ ਆ ਗਿਆ ਮੇਰੇ ਕੋਲ ਕੋਸੀਕੈਂਟ A ਪਲੱਸ cot A, ਅਤੇ ਇੱਧਰ ਕੀ ਆ ਗਿਆ -1। ਡਿਨੋਮੀਨੇਟਰ ਨੂੰ ਮੈਂ ਕਿਸ ਤਰ੍ਹਾਂ ਲਿਖ ਲੈਣਾ, 1 ਪਲੱਸ cot A ਮਾਈਨਸ ਕੋਸੀਕੈਂਟ A। ਹੁਣ ਦੇਖੋ ਉੱਪਰ ਵਾਲੇ ਪਾਸੇ ਮੈਂ ਆਹ ਫਾਰਮੂਲਾ ਜਿਹੜਾ ਮੈਂ ਦੱਸਿਆ ਸੀਗਾ 1 ਦੀ ਜਗ੍ਹਾ 'ਤੇ ਉਹ ਲਗਾ ਦਾਂਗਾ, ਅਤੇ ਮੇਰੇ ਕੋਲ ਵੈਲਿਊ ਕੀ ਆਏਗੀ, ਆਹ ਦੇਖੋ ਕੋਸੀਕੈਂਟ A ਪਲੱਸ cot A ਮਾਈਨਸ ਹੁਣ ਆਹ ਵਾਲਾ ਫਾਰਮੂਲਾ ਕੋਸੀਕੈਂਟ ਸਕੇਅਰ A ਮਾਈਨਸ cot ਸਕੇਅਰ A। ਸਾਰਾ ਫਾਰਮੂਲਾ ਲਗਾ ਦਿੱਤਾ ਅਤੇ ਡਿਨੋਮੀਨੇਟਰ ਇਸੇ ਤਰ੍ਹਾਂ ਲਿਖ ਦਿੱਤਾ। ਇਹ ਲਿਖ ਲਿਆ। ਹੁਣ ਆਹ ਦੇਖੋ ਆਹ ਫਾਰਮੂਲਾ ਹੁਣ ਕੀ ਬਣ ਗਿਆ, A ਸਕੇਅਰ ਮਾਈਨਸ B ਸਕੇਅਰ ਦਾ ਫਾਰਮੂਲਾ। ਇੱਥੇ ਆ ਜਾਏਗਾ A ਪਲੱਸ B ਅਤੇ A ਮਾਈਨਸ B। ਬਾਕੀ ਉਸੇ ਤਰ੍ਹਾਂ ਲਿਖ ਲੈਣਾ ਸਾਰਾ, ਮਾਈਨਸ ਇੱਥੇ ਹੁਣ A ਪਲੱਸ B ਅਤੇ A ਮਾਈਨਸ B। ਇੱਧਰ ਆ ਜਾਏਗਾ ਕੋਸੀਕੈਂਟ A ਪਲੱਸ cot A ਅਤੇ ਦੂਸਰਾ ਕੋਸੀਕੈਂਟ A ਮਾਈਨਸ cot A। ਇਹ ਦੇਖੋ ਇਹ ਫਾਰਮੂਲਾ ਆ ਗਿਆ ਇੱਥੇ A ਪਲੱਸ B ਅਤੇ A ਮਾਈਨਸ B। ਹੁਣ ਆਹ ਦੇਖੋ ਆਹ ਕਾਮਨ ਨਿਕਲ ਰਿਹਾ, ਇਹ ਪਲੱਸ ਦਾ ਅਤੇ ਪਲੱਸ ਦਾ ਦੋਨੋਂ ਕਾਮਨ ਆ ਰਿਹਾ। ਇਹ ਮੈਂ ਇੱਕੋ ਵਾਰੀ ਬਾਹਰ ਲਿਖ ਲਾਂਗਾ। ਇੱਥੇ ਕੀ ਆ ਗਿਆ, ਕੋਸੀਕੈਂਟ A ਸੌਰੀ ਇਹਦਾ ਡਿਨੋਮੀਨੇਟਰ ਵੀ ਨਾਲ ਹੀ ਲਿਖਣਾ ਜੇ। ਆ ਦੇਖਿਓ ਡਿਨੋਮੀਨੇਟਰ 'ਚ ਕੀ ਸੀਗਾ, 1 ਪਲੱਸ cot A ਮਾਈਨਸ ਕੋਸੀਕੈਂਟ A। ਹੁਣ ਇੱਥੋਂ ਕਾਮਨ ਕੱਢਿਆ, ਕੋਸੀਕੈਂਟ A ਪਲੱਸ cot A ਕਾਮਨ ਆ ਗਿਆ, ਅਤੇ ਬਾਕੀ ਕੀ ਬਚਿਆ, ਇਹਦੀ ਜਗ੍ਹਾ 'ਤੇ ਕਿੰਨਾ ਆ ਗਿਆ 1 ਮਾਈਨਸ ਦੇ ਅੰਦਰ
ਇਹ ਸਾਰੀ ਵੈਲਿਊ ਆ ਜਾਏਗੀ ਆ ਜਿਹੜੀ ਲਿਖੀ ਹੋਈ ਹੈ ਕੋਸੀਕੈਂਟ A ਮਾਈਨਸ cot A ਤੇ ਡਿਨੋਮੀਨੇਟਰ 'ਚ 1 प्लस cot A माइनस कोसीकेंट A। इत्थों तक क्लीयर हो गया होना। यह सारा जिहड़ा वा कॉमन कढ़िया असीं, यह कॉमन वैल्यू आ, यह बाकी वैल्यू आ। हुण जदों मैं इहदी ब्रैकेट ओपन करांगा अंदर तो इहदा साइन चेंज होणगे। इधर की आ जाएगा कोसीकेंट A प्लस cot A। ਹੁਣ ਇਹਨਾਂ ਦੇ ਸਾਈਨ ਜਿਹੜੇ ਆ ਅੰਦਰ ਚੇਂਜ ਹੋਣਗੇ। ਉਹ ਕੀ ਬਣੇਗਾ 1 ਮਾਈਨਸ ਕੋਸੀਕੈਂਟ A ਪਲੱਸ cot A। ਡਿਨੋਮੀਨੇਟਰ 'ਚ 1 ਪਲੱਸ cot A ਮਾਈਨਸ ਕੋਸੀਕੈਂਟ A। ਹੁਣ ਆਹ ਦੇਖੋ ਬੱਚਿਓ ਧਿਆਨ ਦੇ ਨਾਲ, ਆਹ ਦੇਖੋ 1 ਪਲੱਸ cot A ਮਾਈਨਸ ਕੋਸੀਕੈਂਟ A, ਇੱਥੇ ਵੀ 1 ਪਲੱਸ cot A ਅਤੇ ਮਾਈਨਸ ਕੋਸੀਕੈਂਟ A, ਸਿਰਫ ਵੈਲਿਊ ਅੱਗੇ ਪਿੱਛੇ ਆ ਹੈ ਸੇਮ ਨੇ। ਇਹ ਪੂਰੀ ਦੀ ਪੂਰੀ ਵੈਲਿਊ ਇਹਦੇ ਨਾਲ ਕੱਟ ਹੋ ਜਾਏਗੀ। ਅਤੇ ਸਾਡੇ ਕੋਲ ਕੀ ਬਚਿਆ ਇੱਥੇ ਕੋਸੀਕੈਂਟ A ਪਲੱਸ cot A। ਹੁਣ ਆਹ ਦੇਖੋ ਜੋ ਸਾਡੇ ਕੋਲ ਬਚਿਆ ਵਾ, ਅਸੀਂ ਸਵਾਲ ਇੱਥੋਂ ਲੈ ਕੇ ਚੱਲੇ ਸੀਗੇ ਅਤੇ ਰਾਈਟ ਹੈਂਡ ਸਾਈਡ ਕੀ ਸੀ ਕੋਸੀਕੈਂਟ A ਪਲੱਸ cot A, ਅਤੇ ਇਹੀ ਸਾਡੇ ਸਵਾਲ ਦੇ ਆਨਸਰ ਆ ਦੇਖੋ ਲਾਸਟ ਵਿੱਚ ਕੋਸੀਕੈਂਟ A ਪਲੱਸ cot A ਆ ਗਿਆ। ਦਿਸ ਇਜ਼ ਇਕੁਅਲ ਟੂ ਰਾਈਟ ਹੈਂਡ ਸਾਈਡ। ਬਸ ਇਹ ਸਾਡਾ ਸਵਾਲ ਜਿਹੜਾ ਸੀ ਉਹ ਪ੍ਰੂਵ ਹੋ ਚੁੱਕਾ ਵਾ, ਕੁਐਸਚਨ ਨੰਬਰ 13। ਇਸ ਤੋਂ ਬਾਅਦ ਅਸੀਂ ਦੇਖਾਂਗੇ ਕੁਐਸਚਨ ਨੰਬਰ 14 ਜੋ ਕਿ ਇਸ ਵਰਕਸ਼ੀਟ ਦਾ ਲਾਸਟ ਕੁਐਸਚਨ ਆ। ਚਲੋ ਦੇਖਦੇ ਹਾਂ ਕੁਐਸਚਨ ਨੰਬਰ 14। 14ਵੇਂ ਕੁਐਸਚਨ 'ਚ ਦੇਖੋ ਬੱਚਿਓ ਕੀ ਦਿੱਤਾ ਵਾ, ਸਟੇਟਮੈਂਟ ਕੀ ਆ, ਜੇਕਰ A B ਅਤੇ C ਤ੍ਰਿਭੁਜ ABC ਦੇ ਅੰਦਰੂਨੀ ਕੋਣ ਹਨ ਤਾਂ ਦਿਖਾਓ ਕਿ ਸਾਈਨ A ਪਲੱਸ B ਬਟਾ 2 ਇਜ਼ ਇਕੁਅਲ ਟੂ cos C ਬਟਾ 2। ਇਫ A B ਐਂਡ C ਆਰ ਇੰਟੀਰੀਅਰ ਐਂਗਲਸ ਆਫ ਅ ਟਰਾਇੰਗਲ ABC then show that sin A plus B over 2 is equal to cos C over 2। ਚਲੋ ਦੇਖਦੇ ਹਾਂ ਕਿ ਇਹਨੂੰ ਅਸੀਂ ਕਿਸ ਤਰ੍ਹਾਂ ਸੋਲਵ ਕਰਨਾ ਵਾ। ਆਹ ਚੀਜ਼ ਦਾ ਧਿਆਨ ਰੱਖਿਓ ਕਿ ABC ਤ੍ਰਿਭੁਜ ਦੇ ਅੰਦਰੂਨੀ ਕੋਣ ਦਿੱਤੇ ਨੇ ਅਤੇ ਤ੍ਰਿਭੁਜ ਦਾ ਨਾਂ ਕੀ ਆ ABC। ਆਹ ਦੇਖੋ ਬੱਚਿਓ 14ਵੇਂ ਕੁਐਸਚਨ 'ਚ ਅਸੀਂ ਆਹ ਸ਼ੋਅ ਕਰਨਾ ਵਾ। ਇਹ ਜਿਹੜੀ ਚੀਜ਼ ਅਸੀਂ ਦਿਖਾਉਣੀ ਆ ਕਿ ਸਾਈਨ A ਪਲੱਸ B ਬਟਾ 2 ਬਰਾਬਰ ਹੈ cos C ਬਟਾ 2 ਆ। ਹੁਣ ਜਿਹੜੇ 3 ਐਂਗਲ ਦਿੱਤੇ ਨੇ ABC ਉਹ ਤ੍ਰਿਭੁਜ ਦੇ ਅੰਦਰੂਨੀ ਕੋਣ ਨੇ। ਅਸੀਂ ਉੱਥੋਂ ਹੀ ਸਵਾਲ ਸ਼ੁਰੂ ਕਰਾਂਗੇ। ਇੱਥੇ ਲਿਖਾਂਗੇ ਕਿਉਂਕਿ A B ਅਤੇ C ਤ੍ਰਿਭੁਜ ABC ਦੇ ਅੰਦਰੂਨੀ ਕੋਣ ਹਨ ਇਹ ਸਾਨੂੰ ਦਿੱਤਾ ਹੋਇਆ ਵਾ ਅੰਦਰੂਨੀ ਕੋਣ ਹਨ। ਜੇ ਤ੍ਰਿਭੁਜ ਦੇ ਅੰਦਰੂਨੀ ਕੋਣ ਦਿੱਤੇ ਨੇ ਆ ਤਿੰਨੇ ਹੀ, ਇਹਨਾਂ ਤਿੰਨਾਂ ਦਾ ਜੋੜ ਕਿੰਨਾ ਹੋਏਗਾ 180 ਡਿਗਰੀ। ਅਸੀਂ ਕੀ ਲਿਖਾਂਗੇ ਕੋਣ A ਪਲੱਸ ਕੋਣ B ਪਲੱਸ ਕੋਣ C ਬਰਾਬਰ 180 ਡਿਗਰੀ। ਕਿਉਂਕਿ ਸਾਨੂੰ ਪਤਾ ਕਿ ਤ੍ਰਿਭੁਜ ਦੇ ਤਿੰਨਾਂ ਅੰਦਰੂਨੀ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਵਾ। ਅਸੀਂ ਉਹ ਕੰਡੀਸ਼ਨ ਇੱਥੇ ਲਗਾ ਲਈ। ਹੁਣ ਦੇਖੋ ਬੱਚਿਓ ਇੱਥੇ ਜਿਹੜੀ ਚੀਜ਼ ਦੇਖਣ ਵਾਲੀ ਆ, ਮੈਨੂੰ ਚਾਹੀਦਾ ਸਾਈਨ A ਪਲੱਸ B, ਮੈਨੂੰ ਇੱਥੇ A ਪਲੱਸ B ਕੋਣ ਚਾਹੀਦਾ ਅਤੇ ਪ੍ਰੂਫ ਕਿਹਦੇ ਬਰਾਬਰ ਕਰਨਾ cos C ਬਟਾ 2 ਦੇ। ਮੈਂ ਇੱਥੋਂ A ਪਲੱਸ B ਇੱਧਰ ਰੱਖਾਂਗਾ ਅਤੇ C ਐਂਗਲ ਇੱਧਰ ਲੈ ਜਾਵਾਂਗਾ। ਜੇ ਬੱਚਿਓ ਇਹੀ ਕੁਐਸਚਨ ਦੇ ਵਿੱਚ ਇੱਥੇ B ਪਲੱਸ C ਦਿੱਤਾ ਹੋਵੇ ਅਤੇ ਇੱਧਰ A ਦਿੱਤਾ ਹੋਵੇ ਤਾਂ ਤੁਸੀਂ B ਪਲੱਸ C ਇੱਧਰ ਰੱਖੋਗੇ, A ਕੋਣ ਦੂਜੇ ਪਾਸੇ ਲੈ ਜਾਓਗੇ। ਇਹ ਬਸ ਇਹ ਚੀਜ਼ ਆ ਤੁਸੀਂ ਧਿਆਨ ਰੱਖਣਾ। ਜਿਹੜੇ ਕੋਣ ਇੱਧਰ 2 ਦਿੱਤੇ ਆ ਉਹ 2 ਕੋਣ ਤੁਸੀਂ ਇਹ ਲੈਫਟ ਹੈਂਡ ਸਾਈਡ 'ਤੇ ਰੱਖ ਲੈਣੇ ਆ, ਰਾਈਟ ਹੈਂਡ ਸਾਈਡ 'ਤੇ ਜਿਹੜਾ ਐਂਗਲ ਦਿੱਤਾ ਵਾ ਜਿਹੜਾ ਕੋਣ ਦਿੱਤਾ ਉਹਨੂੰ ਉੱਧਰ ਲੈ ਜਾਣਾ। ਹੁਣ ਇੱਧਰ ਰਾਈਟ ਹੈਂਡ ਸਾਈਡ 'ਤੇ C ਚਾਹੀਦਾ, ਮੈਂ C ਐਂਗਲ ਇੱਧਰ ਲੈ ਆਵਾਂਗਾ ਅਤੇ ਇੱਧਰ ਮੇਰੇ ਕੋਲ ਕੀ ਬਚੇਗਾ ਕੋਣ A ਪਲੱਸ ਕੋਣ B ਇਜ਼ ਇਕੁਅਲ ਟੂ 180 ਡਿਗਰੀ ਮਾਈਨਸ ਕੋਣ C। ਆ ਦੇਖੋ ਮੈਨੂੰ ਇਹਦੀ ਸਾਈਡ ਚੇਂਜ ਕਰ ਦਿੱਤੀ। ਹੁਣ ਅਸੀਂ ਕੀ ਕਰਨਾ ਵਾ, ਜੋ ਅਸੀਂ ਸਿੱਧ ਕਰਨਾ ਵਾ ਉਹ ਲਿਖ ਲੈਣਾ। ਅਸੀਂ ਸਿੱਧ ਕਰਨਾ ਹੈ ਕੀ ਸਿੱਧ ਕਰਨਾ ਕਿ ਸਾਈਨ A ਪਲੱਸ B ਬਟਾ 2 ਬਰਾਬਰ cos C ਬਟਾ 2। ਅਸੀਂ ਆਹ ਸਿੱਧ ਕਰਨਾ। ਹੁਣ ਮੈਂ ਇਹਨੂੰ ਕਿਸ ਤਰ੍ਹਾਂ ਲਿਖ ਲਾਂਗਾ, ਇਹਦੀ ਲੈਫਟ ਹੈਂਡ ਸਾਈਡ ਲੈ ਲਾਂਗਾ। ਲੈਫਟ ਹੈਂਡ ਸਾਈਡ ਇਜ਼ ਇਕੁਅਲ ਟੂ ਸਾਈਨ A ਜਮਾ B ਬਟਾ 2।
ਮੈਂ ਆ ਲਿਖ ਲਿਆ। ਹੁਣ ਆ ਦੇਖੋ ਮੈਂ ਇਹਨੂੰ ਕੀ ਲਿਖ ਸਕਦਾ ਵਾਂ, ਸਾਈਨ ਏ ਜਮਾ ਬੀ ਬਟਾ 2 ਲਿਖ ਲਿਆ ਵਾ। ਹੁਣ ਏ ਜਮਾ ਬੀ ਦੀ ਵੈਲਿਊ ਆ ਦੇਖੋ ਮੇਰੇ ਕੋਲ ਕੀ ਆਈ ਸੀ 180 ਡਿਗਰੀ ਮਾਈਨਸ ਸੀ। ਮੈਂ ਇੱਥੇ ਕੋਣ ਪਾਇਆ ਵਾ, ਤੁਸੀਂ ਕੋਣ ਪਾਓ ਚਾਹੇ ਨਾ ਪਾਓ, ਸਿੱਧਾ ਏ ਬੀ, ਕਿਉਂਕਿ ਸਾਨੂੰ ਕੋਣ ਦਿੱਤੇ ਨੇ ਕਿ ਏ ਬੀ ਸੀ ਜਿਹੜੇ ਨੇ ਉਹ ਤ੍ਰਿਭੁਜ ਦੇ ਅੰਦਰੂਨੀ ਕੋਣ ਵਾ। ਤੁਸੀਂ ਇਹਦੇ ਨਾਲ ਐਂਗਲ ਦਾ ਸਾਈਨ ਨਹੀਂ ਵੀ ਪਾਓਗੇ ਤਾਂ ਵੀ ਉਹੀ ਗੱਲ ਆ, ਜੇ ਪਾ ਲਿਆ ਤਾਂ ਵੀ ਕੋਈ ਗੱਲ ਨਹੀਂ। ਹੁਣ ਇਹਦੀ ਜਗ੍ਹਾ 'ਤੇ ਮੈਂ ਕੀ ਲਿਖ ਸਕਦਾ ਇੱਥੇ, ਸਾਈਨ 180 ਡਿਗਰੀ ਮਾਈਨਸ ਸੀ ਸਾਰੇ ਦਾ ਬਟਾ 2, ਕਿਉਂਕਿ ਏ ਪਲੱਸ ਬੀ ਦੀ ਵੈਲਿਊ ਮੈਂ ਲਿਖੀ ਇੱਥੋਂ, ਏ ਪਲੱਸ ਬੀ ਦੀ ਵੈਲਿਊ 180 ਡਿਗਰੀ ਮਾਈਨਸ ਸੀ ਮੈਂ ਇੱਥੇ ਪੁੱਟ ਕਰ ਦਿੱਤੀ। ਹੁਣ ਆ ਦੇਖੋ ਇਹਨਾਂ ਦੀ ਵੈਲਿਊ ਮੈਂ ਵੱਖਰੀ ਵੱਖਰੀ ਕਰ ਲਈ, 180 ਡਿਗਰੀ ਬਟਾ 2 ਡਿਨੋਮੀਨੇਟਰ ਵੱਖਰਾ ਕਰ ਦਿੱਤਾ, ਇੱਧਰ ਸੀ ਬਟਾ 2 ਵੱਖਰਾ ਕਰ ਦਿੱਤਾ। ਇਹਦਾ ਕੱਟ ਕੀਤਾ ਅਤੇ 90 ਆ ਗਿਆ, 90 ਦੂਣਾ 180, ਇਹ ਬਣ ਗਿਆ ਸਾਈਨ 90 ਡਿਗਰੀ ਮਾਈਨਸ ਸੀ ਬਟਾ 2। ਹੁਣ ਬੱਚੋ ਪਿੱਛੇ ਅਸੀਂ ਕੁਐਸਚਨ ਕੀਤੇ ਸੀ ਸਾਈਨ 90 ਮਾਈਨਸ ਥੀਟਾ ਕੋਸ ਥੀਟਾ, ਇਹਨੂੰ ਮੈਂ ਕੀ ਲਿਖਾਂਗਾ ਕੋਸ ਸੀ ਬਟਾ 2, ਕਿਉਂਕਿ ਥੀਟਾ ਇੱਥੇ ਸੀ ਬਟਾ 2 ਆ। ਅਤੇ ਇਹ ਸੀ ਬਟਾ 2 ਕਿਹਦੀ ਵੈਲਿਊ ਆ ਗਈ, ਰਾਈਟ ਹੈਂਡ ਸਾਈਡ ਦੀ, ਜੋ ਅਸੀਂ ਪ੍ਰੂਵ ਕਰਨਾ ਸੀਗਾ। ਆ ਦੇਖੋ ਅਸੀਂ ਸਿੱਧ ਕੀ ਕਰਨਾ ਸੀ, ਕੋਸ ਸੀ ਬਟਾ 2। ਆ ਸਟੇਟਮੈਂਟ ਦੇਖ ਲਓ ਉੱਪਰ ਕਿ ਸਾਈਨ ਏ ਪਲੱਸ ਬੀ ਬਟਾ 2 ਕੋਸ ਸੀ ਬਟਾ 2 ਦੇ ਬਰਾਬਰ ਆ। ਅਤੇ ਇੱਥੋਂ ਅਸੀਂ ਇਹੀ ਲੈ ਕੇ ਚੱਲੇ ਸੀ ਸਾਈਨ ਏ ਪਲੱਸ ਬੀ ਬਟਾ 2। ਜਦੋਂ ਇਹਨੂੰ ਪ੍ਰੂਵ ਕੀਤਾ ਤਾਂ ਸਾਡੇ ਕੋਲ ਲਾਸਟ ਕੀ ਆ ਗਿਆ, ਕੋਸ ਸੀ ਬਟਾ 2। ਅਤੇ ਬੱਚਿਓ ਇਹ ਸੀਗਾ ਕੁਐਸਚਨ ਨੰਬਰ 14 ਜੋ ਅਸੀਂ ਸੋਲਵ ਕਰ ਚੁੱਕੇ ਹਾਂ। ਅਤੇ ਇਸ ਜਿਹੜੀ ਵਰਕਸ਼ੀਟ ਸੀਗੀ ਉਹ ਵਰਕਸ਼ੀਟ ਨੰਬਰ 8 ਸੀਗੀ। ਇਸ ਤੋਂ ਬਾਅਦ ਬੱਚਿਓ ਮੈਂ ਤੁਹਾਡੇ ਵਾਸਤੇ ਨੈਕਸਟ ਜਿਹੜੀਆਂ ਬਾਕੀ ਵਰਕਸ਼ੀਟਸ ਨੇ ਇੱਕ ਇੱਕ ਕਰਕੇ ਉਹਨਾਂ ਦਾ ਸੋਲੂਸ਼ਨ ਲੈ ਕੇ ਆਵਾਂਗਾ। ਤੁਸੀਂ ਬਸ ਇੱਕ ਕੰਮ ਕਰਨਾ ਜਿਹੜਾ ਬਹੁਤ ਜ਼ਰੂਰੀ ਆ ਕਿ ਵੀਡੀਓ ਨੂੰ ਲਾਈਕ ਔਰ ਸ਼ੇਅਰ ਜ਼ਰੂਰ ਕਰਿਆ ਕਰੋ, ਚੈਨਲ ਸਬਸਕ੍ਰਾਈਬ ਕਰਿਓ, ਬਿਲਕੁਲ ਫ੍ਰੀ ਜੇ। ਔਰ ਇਹਦੇ ਉੱਪਰ ਸਿਰਫ ਅਤੇ ਸਿਰਫ ਤੁਹਾਡੇ ਵਾਸਤੇ ਹੀ ਕੰਮ ਕੀਤਾ ਜਾ ਰਿਹਾ ਵਾ ਇਸ ਚੈਨਲ ਦੇ ਉੱਪਰ। ਔਰ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਸਾਨੂੰ ਮੋਟੀਵੇਸ਼ਨ ਮਿਲਦੀ ਆ ਕਿ ਸਾਡਾ ਕੰਮ ਜਿਹੜਾ ਵਾ ਉਹ ਤੁਹਾਡੇ ਕੰਮ ਆ ਰਿਹਾ ਵਾ, ਜਿੰਨੀ ਅਸੀਂ ਮਿਹਨਤ ਕਰ ਰਹੇ ਹਾਂ ਉਹ ਤੁਹਾਡੇ ਕੰਮ ਆ ਰਹੀ ਆ। ਅਤੇ ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਧੰਨਵਾਦ।